ਡੈਫੀਨੇਟਲੀ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀਗੀ, ਲੇਕਿਨ ਘਟਨਾਵਾਂ ਐਸੀਆਂ ਘਟਨੀਆਂ ਪਿਛਲੇ 8-10 ਸਾਲਾਂ ਦੇ ਅੰਦਰ ਜਾਂ ਮੈਂ ਕਹਾਂ ਕਿ ਪਿਛਲੇ 15-20 ਸਾਲਾਂ ਦੇ ਅੰਦਰ ਜੋ ਇੱਕ ਤਰ੍ਹਾਂ ਦਾ ਮਾਹੌਲ ਬਦਲਿਆ, ਜਿਹਦੇ ਅੰਦਰ ਕੇਵਲ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮੰਤਵ ਰਿਹਾ ਕਿ ਪੰਜਾਬ ਦੀ ਸੱਤਾ ਕਿਵੇਂ ਹਾਸਲ ਕੀਤੀ ਜਾਵੇ। ਉਸ ਦੇ ਨਾਲ ਪੰਥ ਦੀ ਹੁਣ ਕੋਈ ਸਰੋਕਾਰ ਰਿਹਾ ਨਹੀਂ। ਸਿਰਫ ਪੰਥ ਜਦੋਂ ਲੋੜ ਪੈਂਦੀ ਹੈ ਉਦੋਂ ਇਸਤੇਮਾਲ ਕਰਨ ਵਾਸਤੇ ਵਰਡ ਰਹਿ ਗਿਆ ਹੈ, ਵਰਨਾ ਕੋਈ ਪੰਥਕ ਸੋਚ ਵਾਲੀ ਗੱਲ ਨਹੀਂ। ਜੇਕਰ ਉਹਨਾਂ ਨੂੰ ਸੂਟ ਕਰੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਉਹ ਅਲਾਇੰਸ ਬੀਜੇਪੀ ਨਾਲ ਵੀ ਕਰ ਲੈਣਗੇ, ਨਹੀਂ ਸੂਟ ਕਰੇਗਾ ਤੇ ਸਮਾਜਵਾਦੀ ਪਾਰਟੀ ਨਾਲ ਵੀ ਕਰ ਲੈਣਗੇ। ਹੁਣ ਬੀਐਸਪੀ ਨਾਲ ਕੀਤਾ ਹੈ। ਸੋ ਪੰਥਕ ਹੁੰਦਾ ਹੈ ਕਿ ਜਦੋਂ ਤੁਸੀਂ ਪੰਥ ਹਿੱਤਾਂ ਵਾਸਤੇ ਗੱਲ ਕਰਦੇ ਹੋ। ਸੋ ਇਹ ਕਾਰਨ ਆ ਕਿ ਅੱਜ ਉਹ ਪੰਥਕ ਆਪਣੇ ਆਪ ਨੂੰ ਕੇਵਲ ਉਦੋਂ ਦੱਸਦੇ ਨੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ, ਔਰ ਫਿਰ ਕਹਿੰਦੇ ਨੇ ਪੰਥ ਨੂੰ ਖਤਰਾ ਹੋ ਗਿਆ, ਪੰਥ ਨੂੰ ਬਹੁਤ ਵੱਡਾ ਖਤਰਾ ਹੈ। ਸੋ ਖਤਰਾ ਪੰਥ ਨੂੰ ਕਿਸੇ ਤੋਂ ਨਹੀਂ ਹੈਗਾ, ਕੁਰਸੀ ਨੂੰ ਖਤਰਾ ਹੈ, ਰਾਜ ਨੂੰ ਖਤਰਾ ਹੈ, ਔਰ ਉਹਨਾਂ ਦੀ ਖੁਦ ਦੀਆਂ ਕੁਰਸੀਆਂ ਨੂੰ ਖਤਰਾ, ਇਸ ਕਰਕੇ ਪੰਥ ਨੂੰ ਖਤਰਾ ਦੱਸਦੇ। ਹੁਣ ਦੇਖ ਲਿਆ ਕਿ ਉਹ ਵੀ ਪਾਰਟੀ ਜਿਹੜੀ ਆ ਟੋਟਲੀ ਇੱਕ ਫਰਾਡ ਸਾਬਤ ਹੋਈ। ਉਹਨਾਂ ਦਾ ਏਜੰਡਾ ਜਿਹੜਾ ਸੀ ਉਹ ਕੇਵਲ ਰਾਜ ਸੱਤਾ ਹਾਸਲ ਕਰਨ ਲਈ ਝੂਠ ਬੋਲਣਾ ਸੀਗਾ। ਚਾਹੇ ਉਹਨਾਂ ਨੇ ਵਾਅਦੇ ਕੀਤੇ ਕਿਸਾਨਾਂ ਨੇ ਮੁਆਵਜ਼ੇ ਦੇਣ ਦੇ, ਚਾਹੇ ਕਿਸਾਨਾਂ ਦੇ ਨਾਲ ਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ, ਜਾਂ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ, ਕ੍ਰਾਈਮ ਖਤਮ ਕਰਨ ਦੀ ਗੱਲ ਕੀਤੀ, ਝੂਠੇ ਪਰਚੇ ਦਰਜ ਜਿਹੜੇ ਹੋ ਰਹੇ ਸੀ, ਜਾਂ ਜਿਹੜਾ ਕਿਹਾ ਜਾ ਰਿਹਾ ਸੀ VIP ਕਲਚਰ ਆ ਅਸੀਂ ਉਹਨੂੰ ਖਤਮ ਕਰਾਂਗੇ। ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 10 ਗੁਣਾ ਵੱਧ ਕੇ ਉਸ ਪਾਰਟੀ 'ਚ ਪਾ ਦਿੱਤੀਆਂ। ਅੱਜ ਇਹ ਨਹੀਂ ਮੈਂ ਕਹਿ ਸਕਦਾ ਕਿ ਲੋਕ ਬੀਜੇਪੀ ਦੇ ਨਾਲ ਤੁਰ ਕੇ ਤੁਰ ਪਏ, ਐਸਾ ਕੋਈ ਸਥਿਤੀ ਨਹੀਂ ਆਈ। ਇਹ ਸਥਿਤੀ ਆਈ ਹੈ ਕਿ ਲੋਕ ਕਿਨਾਰੇ 'ਤੇ ਖੜੇ ਹੋ ਕੇ ਕਿਸੇ ਪਾਰਟੀ ਨੂੰ ਨਹੀਂ ਦੇਖ ਰਹੇ ਤੇ ਇਹ ਜ਼ਰੂਰ ਸੋਚ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਆ ਸਕਦੀ ਆ। ਦੇਖੋ, ਮੇਰੀ ਕੰਪਲੇਂਟ 'ਤੇ ਇੱਥੇ ਮੁਕੱਦਮਾ ਦਰਜ ਹੋਇਆ, ਪੰਜਾਬ 'ਚ ਹੀ ਹੋਏਗਾ, ਬਚ ਨਹੀਂ ਸਕਦਾ। ਬੜਾ ਸਿੰਪਲ ਸਾ ਹੈਗਾ ਕਿ ਐਸਾ ਕੀ ਮਜਬੂਰੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਦੋਸਤਾਂ ਨੂੰ ਹੀ ਸ਼ਰਾਬ ਦਾ ਕੰਮ ਕੀਤਾ। ਅਸੀਂ ਸਾਰੇ ਪੰਜਾਬ ਤੋਂ ਵਾਸਤਾ ਰੱਖਣ ਵਾਲੇ ਹਾਂ। ਕਦੀ ਐਸੇ ਹਾਲਾਤ ਬਣੇ ਸੀ ਕਿ ਫਰੌਤੀਆਂ ਮੰਗੀਆਂ ਜਾਣ, ਨਾ ਮਿਲਣ, ਬੱਚਿਆਂ ਦੇ ਕਤਲ ਕਰ ਦਿੱਤੇ ਜਾਣ। ਕੱਲ੍ਹ ਤਰਨਤਾਰਨ ਅੰਦਰ ਕਤਲ ਹੋ ਗਿਆ ਬੱਚੇ, ਠੀਕ ਹੈ, ਫਰੌਤੀ 20 ਲੱਖ ਦੀ ਮੰਗਣ ਉੱਤੇ, ਅਤੇ ਮਾਨ ਸਰਕਾਰ ਗਰਬੇ ਕਰ ਰਹੀ ਸੀਗੀ ਗੁਜਰਾਤ 'ਚ ਜਾ ਕੇ। ਹੁਣ ਤੁਸੀਂ ਦੱਸੋ, ਇਹੋ ਜਿਹੇ ਵੇਲੇ ਨੈਸ਼ਨਲ ਸਿਕਿਉਰਿਟੀ ਨੂੰ ਇਸ ਤੋਂ ਵੱਡੀ ਥ੍ਰੈਟ ਕੀ ਹੋਣਗੀ? ਗੈਂਗਸਟਰ ਜਿਹੜੇ ਨੇ ਖੁੱਲ੍ਹੇਆਮ ਘੁੰਮ ਰਹੇ ਨੇ, ਜੇਲ੍ਹਾਂ ਤੋੜ ਕੇ ਭੱਜ ਰਹੇ ਨੇ, DSP ਆਪਣੇ ਘਰਾਂ 'ਚ ਸਵਾ ਰਹੇ ਨੇ, ਔਰ ਇਹ ਕਹਿ ਰਹੀ ਹੈ ਜੀ ਕਿ ਅਸੀਂ ਬਦਲਾਵ ਲੈ ਕੇ ਆ ਰਹੇ ਹਾਂ। ਜੋ ਮੈਂ ਪੰਜਾਬ ਦੇ ਹਾਲਾਤ ਦੇਖ ਰਿਹਾ ਹਾਂ ਕਿ ਬਹੁਤ ਮਾੜੇ ਵਾਲੇ ਪਾਸੇ ਜਾ ਰਹੇ ਨੇ, ਔਰ ਇਹਨਾਂ ਨੂੰ ਕੋਈ ਸੁਚੇਤ ਨਹੀਂ ਹੋ ਰਿਹਾ, ਕੋਈ ਇਹਨਾਂ ਨੂੰ ਠੀਕ ਕਰਨਾ ਨਹੀਂ ਚਾਹ ਰਿਹਾ। ਹਰ ਕੋਈ ਆਪਣੀ ਸਿਰਫ ਇੱਕ ਹੀ ਕ੍ਰੈਡਿਟ ਦੇਣਾ ਚਾਹ ਰਿਹਾ ਕਿ ਮੈਂ ਅਸੀਂ ਸਭ ਕੁਝ ਠੀਕ ਹੈ, ਦੀ ਗੱਲ ਹੀ ਨਾ ਕਰੋ। ਕਿ ਅੱਜ ਆਪਾਂ ਨੇ ਯੂਥ ਨੂੰ ਐਨਰਜਿਟੀ ਜਿਹੜੀ ਉਹਦੀ ਐਨਰਜੀ ਆ ਨਾ, ਉਹਨੂੰ ਚੰਗੇ ਪਾਸੇ ਲਾਉਣ ਦੀ ਲੋੜ ਆ। ਯੂਥ ਨੂੰ ਕਲਮ ਦੇਣ ਦੀ ਲੋੜ ਆ। ਯੂਥ ਦੇ ਹੱਥੋਂ ਜਿਹੜੇ ਬੰਦੂਕਾਂ ਔਰ ਮਾਰ ਧਾੜਾ, ਜਕਾਰੇ, ਨਾਰੇ ਔਰ ਜਕਾਰਿਆਂ ਤੋਂ ਨਿਕਲ ਕੇ ਸਿੱਖਿਆ ਵਾਲੇ ਪਾਸੇ ਲਿਜਾਉਣ ਦੀ ਲੋੜ ਆ। ਇਹ ਕਹਿਣਾ ਗਲਤ ਹੋਊਗਾ ਕਿ ਇਹਨਾਂ ਦੇ ਸਿੱਖਾਂ ਨੂੰ ਅਧਿਕਾਰ ਅਸੀਂ ਨਹੀਂ ਲੈਣ ਦੇਵਾਂਗੇ ਔਰ ਅਸੀਂ ਡਾਂਗਾਂ ਸੋਟੇ ਲੈ ਕੇ ਤੇ ਇਹਨਾਂ ਨਾਲ ਲੜਾਂਗੇ, ਇਹ ਗਲਤ ਗੱਲ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇੱਕ ਵੱਖਰੀ ਬੋਡੀ ਆ, ਔਰ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਯੋਗਦਾਨ ਇਸ ਨੂੰ ਬਣਾਉਣ ਵਾਸਤੇ। ਕਿਆ ਉਦੋਂ ਪੰਥ ਨੂੰ ਖਤਰਾ ਹੋਇਆ ਜਦੋਂ ਦਿੱਲੀ ਕਮੇਟੀ ਬਣੀ? ਬਣਵਾਈ ਕਿੰਨੇ? ਸ਼੍ਰੋਮਣੀ ਅਕਾਲੀ ਦਲ ਨੇ। ਉਹ ਬੜਾ ਵੱਡਾ ਕ੍ਰੈਡਿਟ ਆ। ਮੈਂ ਅੱਜ ਵੀ ਮੰਨਦਾ ਕਿ ਅਗਰ ਇਹਦਾ ਕ੍ਰੈਡਿਟ ਕਿਸੇ ਨੂੰ ਵਾਹਤ ਜਾਂਦਾ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ। ਜਦੋਂ ਤੁਸੀਂ ਕੋਈ ਗੱਲ ਕਰਦੇ, ਜੇ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਕਿਸੇ ਦੀ ਇੰਡੀਵਿਜੂਅਲ ਵਿਰੋਧ ਕਰਕੇ, ਤੁਸੀਂ ਇੱਕ ਮਰਿਆਦਾ ਬਣੀ ਹੋਈ ਆ, ਇੱਕ ਹਾਊਸ ਦੀ ਮਰਿਆਦਾ ਹੈ ਜਿਸ ਨੂੰ ਅਸੀਂ ਬਚਾ ਕੇ ਰੱਖਣਾ। ਜੇ ਇਸ ਮਰਿਆਦਾ ਨੂੰ ਨਾ ਅਸੀਂ ਕਾਇਮ ਰੱਖ ਸਕੇ, ਨਿੱਜੀ ਹਮਲੇ ਕਰਨ ਦੇ ਕੋਈ ਉਚਿਤ ਨਹੀਂ ਹੁੰਦਾ। ਸੋ ਅੱਜ ਕੱਲ੍ਹ ਨਿੱਜੀ ਹਮਲਿਆਂ 'ਤੇ ਲੋਕਾਂ ਦਾ ਬਹੁਤਾ ਜ਼ੋਰ ਆ, ਮਰਿਆਦਾ ਰਹੀ ਨਹੀਂ ਕੋਈ ਵੀ, ਇਸ ਕਰਕੇ ਬਹੁਤ ਨਿਚਲੇ ਸਤਰ 'ਤੇ ਆ ਗਏ। ਭਗਵੰਤ ਮਾਨ ਜੀ ਕੰਮ ਕਰਦੇ, ਥੋੜ੍ਹੇ ਕਰਦੇ, ਲੇਕਿਨ ਇਹ ਫਰਾਡ ਵਾਲਾ ਕੰਮ ਨਾ ਕਰਦੇ ਕਿ 200 ਕਰੋੜ 400 ਕਰੋੜ ਦੇ ਅਖਬਾਰਾਂ 'ਚ ਐਡ ਦੇ ਦਿਓ, ਰੋਜ਼ ਝੂਠ ਬੋਲੋ, VIP ਕਲਚਰ ਖਤਮ ਕਰਕੇ ਲੋਕਾਂ ਦੇ ਬੱਚੇ ਮਰਵਾ ਦਿਓ। ਇਹ ਚੀਜ਼ਾਂ ਨੇ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਵਾਪਸ ਕਿਨਾਰੇ ਵੱਲ ਧਕੇਲਤਾ ਕਿ ਨਹੀਂ, ਤੁਸੀਂ ਕ੍ਰੈਡੀਬਲ ਨਹੀਂ ਹੈਗੇ, ਤੁਸੀਂ ਇਸ ਲਾਇਕ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇ ਖਾਸ ਪ੍ਰੋਗਰਾਮ ਸ਼ਖਸੀਅਤ ਟੁਡੇ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਅਜਿਹੀ ਲੋਕਾਂ ਦੇ ਨਾਲ ਮਿਲਾਉਂਦੇ, ਅਜਿਹੀ ਪਰਸਨੈਲਿਟੀਜ਼ ਦੇ ਨਾਲ ਰੂਬਰੂ ਕਰਾਉਂਦੇ ਜਿਹੜੇ ਕਿ ਰਾਜਨੀਤਿਕ ਤੇ ਸਮਾਜਿਕ ਖੇਤਰ ਦੇ ਵਿੱਚ ਕਾਫੀ ਨਾਮ ਜਿਨ੍ਹਾਂ ਨੇ ਜਿਹੜਾ ਹੈ ਆਪਣਾ ਪ੍ਰਸਿੱਧੀ ਵੀ ਜਿਹੜੀ ਹੈ ਉਹ ਕੀਤੀ ਹੈ। ਤੇ ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਿਹੜੇ ਹੈ ਮੈਂਬਰ ਵੀ ਰਹੇ ਨੇ, ਇਸ ਤੋਂ ਇਲਾਵਾ ਹੁਣ ਸੀਨੀਅਰ BJP ਆਗੂ ਨੇ ਮਨਜਿੰਦਰ ਸਿੰਘ ਸਿਰਸਾ ਜੀ। ਸਰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਦੇ ਵਿੱਚ।
ਸਰ ਬੀਜੇਪੀ ਦੇ ਵਿੱਚ ਤੁਸੀਂ ਆਏ, ਲੰਬਾ ਸਫ਼ਰ ਅਕਾਲੀ ਦਲ ਦੇ ਵਿੱਚ ਰਿਹਾ, ਉਸਨੂੰ ਪੰਥਕ ਪਾਰਟੀ ਦੇ ਤੌਰ ਤੇ ਦੇਖਿਆ ਜਾਂਦਾ ਸੀ, ਹੁਣ ਅਕਾਲੀ ਦਲ ਦੀ ਸਥਿਤੀ ਨੂੰ ਦੇਖਿਆ ਹੈ, ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜਿਹੜੇ ਹਾਲਾਤ ਬਣੇ ਨੇ ਪੰਜਾਬ ਦੇ ਵਿੱਚ ਜਾਂ ਫਿਰ ਦਿੱਲੀ ਦੇ ਵਿੱਚ ਵੀ ਖਾਸ ਕਰ? ਦੇਖੋ, ਮੈਂ ਤਾਂ ਉਸ ਪਾਰਟੀ 'ਚ ਕੰਮ ਕੀਤਾ। ਡੈਫੀਨੇਟਲੀ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਦੇ ਤੌਰ ਤੇ ਜਾਣੀ ਜਾਂਦੀ ਸੀਗੀ, ਲੇਕਿਨ ਘਟਨਾਵਾਂ ਐਸੀਆਂ ਘਟਨੀਆਂ ਪਿਛਲੇ 8-10 ਸਾਲਾਂ ਦੇ ਅੰਦਰ, ਜਾਂ ਮੈਂ ਕਹਾਂ ਕਿ ਪਿਛਲੇ 15-20 ਸਾਲਾਂ ਦੇ ਅੰਦਰ ਜੋ ਇੱਕ ਤਰ੍ਹਾਂ ਦਾ ਮਾਹੌਲ ਬਦਲਿਆ, ਜਿਹਦੇ ਅੰਦਰ ਕੇਵਲ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮੰਤਵ ਰਿਹਾ ਕਿ ਪੰਜਾਬ ਦੀ ਸੱਤਾ ਕਿਵੇਂ ਹਾਸਲ ਕੀਤੀ ਜਾਵੇ। ਉਸ ਦੇ ਨਾਲ ਪੰਥ ਦੀ ਹੁਣ ਕੋਈ ਸਰੋਕਾਰ ਰਿਹਾ ਨਹੀਂ। ਸਿਰਫ ਪੰਥ ਜਦੋਂ ਲੋੜ ਪੈਂਦੀ ਹੈ ਉਦੋਂ ਇਸਤੇਮਾਲ ਕਰਨ ਵਾਸਤੇ ਵਰਡ ਰਹਿ ਗਿਆ ਹੈ, ਵਰਨਾ ਕੋਈ ਪੰਥਕ ਸੋਚ ਵਾਲੀ ਗੱਲ ਨਹੀਂ। ਜੇਕਰ ਉਹਨਾਂ ਨੂੰ ਸੂਟ ਕਰੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਉਹ ਅਲਾਇੰਸ ਬੀਜੇਪੀ ਨਾਲ ਵੀ ਕਰ ਲੈਣਗੇ, ਨਹੀਂ ਸੂਟ ਕਰੇਗਾ ਤੇ ਸਮਾਜਵਾਦੀ ਪਾਰਟੀ ਨਾਲ ਵੀ ਕਰ ਲੈਣਗੇ। ਹੁਣ ਬੀਐਸਪੀ ਨਾਲ ਕੀਤਾ ਹੈ। ਸੋ ਪੰਥਕ ਹੁੰਦਾ ਹੈ ਕਿ ਜਦੋਂ ਤੁਸੀਂ ਪੰਥ ਹਿੱਤਾਂ ਵਾਸਤੇ ਗੱਲ ਕਰਦੇ ਜੇ, ਰਾਜ ਹਿੱਤਾਂ ਵਾਸਤੇ ਅਲਾਇੰਸ ਕਰਕੇ ਔਰ ਫਿਰ ਉਸਨੂੰ ਪੰਥ ਦਾ ਨਾਮ ਦੇਣਾ ਮੈਨੂੰ ਲੱਗਦਾ ਜਸਟੀਫਾਈਡ ਨਹੀਂ। ਇਹੀ ਕਾਰਨ ਆ ਕਿ ਹੌਲੀ ਹੌਲੀ ਕਰਕੇ ਪੂਰੇ ਦੇਸ਼ ਅੰਦਰ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਹੁੰਦਾ ਸੀ, ਅੱਜ ਪੰਜਾਬ 'ਚ ਵੀ ਨਹੀਂ ਰਿਹਾ। ਸੋ ਇਹ ਕਾਰਨ ਆ ਕਿ ਅੱਜ ਉਹ ਪੰਥਕ ਆਪਣੇ ਆਪ ਨੂੰ ਕੇਵਲ ਉਦੋਂ ਦੱਸਦੇ ਨੇ ਜਦੋਂ ਉਹਨਾਂ ਨੂੰ ਲੋੜ ਪੈਂਦੀ ਹੈ, ਔਰ ਫਿਰ ਕਹਿੰਦੇ ਨੇ ਪੰਥ ਨੂੰ ਖਤਰਾ ਹੋ ਗਿਆ, ਪੰਥ ਨੂੰ ਬਹੁਤ ਵੱਡਾ ਖਤਰਾ ਹੈ। ਸੋ ਖਤਰਾ ਪੰਥ ਨੂੰ ਕਿਸੇ ਤੋਂ ਨਹੀਂ ਹੈਗਾ, ਕੁਰਸੀ ਨੂੰ ਖਤਰਾ ਹੈ, ਰਾਜ ਨੂੰ ਖਤਰਾ ਹੈ, ਔਰ ਉਹਨਾਂ ਨੇ ਖੁਦ ਦੀਆਂ ਕੁਰਸੀਆਂ ਨੂੰ ਖਤਰਾ, ਇਸ ਕਰਕੇ ਪੰਥ ਨੂੰ ਖਤਰਾ ਦੱਸਦੇ ਨੇ। ਭਾਜਪਾ ਜੁਆਇਨ ਕੀਤੀ, ਪੰਜਾਬ ਦੇ ਵਿੱਚ ਭਾਜਪਾ ਦੀ ਸਥਿਤੀ ਕਿਵੇਂ ਮਹਿਸੂਸ ਕਰ ਰਹੇ ਹੋ? ਵੱਧ ਰਹੀ ਹੈ ਲੋਕਾਂ ਦੇ ਵਿੱਚ? ਕਿਉਂਕਿ ਇੱਕ ਅਸੀਂ ਦੇਖੀਏ ਤਾਂ ਡੈਂਟ ਪੈ ਗਿਆ ਸੀ, ਖਾਸ ਕਰ ਕਿਸਾਨੀ ਅੰਦੋਲਨ ਨੂੰ ਲੈ ਕੇ, ਭਾਜਪਾ ਨੂੰ ਲੈ ਕੇ ਲੋਕੀ ਬਹੁਤ ਨੈਗੇਟਿਵ ਹੋ ਗਏ ਸੀ। ਜਿਹੜੇ ਬੀਜੇਪੀ ਲੀਡਰਸ ਆਉਂਦੇ ਸੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਤੇ ਹੁਣ ਲੱਗ ਰਿਹਾ ਕਿ ਸਿਚੁਏਸ਼ਨ ਸੰਭੀ ਜਾ ਰਹੀ ਹੈ। ਨਹੀਂ, ਡੈਫੀਨੇਟਲੀ ਬਹੁਤ ਐਸੀ ਹਾਲਾਤ ਸੀ ਜੋ ਤੁਸੀਂ ਕਿਹਾ, ਇਹ 100% ਦੀ ਬਿਲਕੁਲ ਠੀਕ ਗੱਲ ਆ। ਔਰ ਹੁਣ ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਵੀ, ਭਗਵੰਤ ਮਾਨ ਜੀ ਨੂੰ ਵੀ ਇੱਕ ਮੌਕਾ ਦਿੱਤਾ 92 ਸੀਟਾਂ ਦੇ ਨਾਲ। ਉਹਨਾਂ ਨੂੰ ਉਮੀਦ ਸੀਗੀ ਕਿ ਇੱਕ ਆਲਟਰਨੇਟਿਵ ਤੌਰ ਤੇ ਇੱਕ ਪਾਰਟੀ ਉੱਭਰੀ ਹੈ, ਸ਼ਾਇਦ ਸਾਡੀ ਗੱਲਾਂ ਸੁਣੂਗੀ, ਸਾਡੇ ਮਸਲੇ ਹੱਲ ਕਰੂਗੀ। ਹੁਣ ਦੇਖ ਲਿਆ ਕਿ ਉਹ ਵੀ ਪਾਰਟੀ ਜਿਹੜੀ ਆ ਟੋਟਲੀ ਇੱਕ ਫਰਾਡ ਸਾਬਤ ਹੋਈ। ਉਹਨਾਂ ਦਾ ਏਜੰਡਾ ਜਿਹੜਾ ਸੀ ਉਹ ਕੇਵਲ ਰਾਜ ਸੱਤਾ ਹਾਸਲ ਕਰਨ ਲਈ ਝੂਠ ਬੋਲਣਾ ਸੀਗਾ। ਚਾਹੇ ਉਹਨਾਂ ਨੇ ਵਾਅਦੇ ਕੀਤੇ ਕਿਸਾਨਾਂ ਨੇ ਮੁਆਵਜ਼ੇ ਦੇਣ ਦੇ, ਚਾਹੇ ਕਿਸਾਨਾਂ ਦੇ ਨਾਲ ਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ, ਜਾਂ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ, ਕ੍ਰਾਈਮ ਖਤਮ ਕਰਨ ਦੀ ਗੱਲ ਕੀਤੀ, ਝੂਠੇ ਪਰਚੇ ਦਰਜ ਜਿਹੜੇ ਹੋ ਰਹੇ ਸੀ, ਜਾਂ ਜਿਹੜਾ ਕਿਹਾ ਜਾ ਰਿਹਾ ਸੀ VIP ਕਲਚਰ ਆ ਅਸੀਂ ਉਹਨੂੰ ਖਤਮ ਕਰਾਂਗੇ। ਅੱਜ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 10 ਗੁਣਾ ਵੱਧ ਕੇ ਉਸ ਪਾਰਟੀ 'ਚ ਭਾਰੂ ਨੇ। ਜੇਕਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਵੇਲੇ ਜਾਂ ਸਰਦਾਰ ਪ੍ਰਕਾਸ਼ ਸਿੰਘ ਜੀ ਸਾਹਿਬ ਦੇ ਮੁੱਖ ਮੰਤਰੀ ਰਹਿੰਦਿਆਂ ਅਗਰ ਕੋਈ ਗੱਡੀਆਂ ਦਾ ਕਾਫਲਾ ਸੀ ਤਾਂ ਉਹ ਵਧੀਆ ਹੀ ਆ, ਘਟਿਆ ਨਹੀਂ। ਅਗਰ ਕੋਈ ਸਿਕਿਉਰਿਟੀ ਦੀ ਗੱਲ ਸੀ ਤੇ ਅੱਜ ਜਿੱਥੇ ਭਗਵੰਤ ਮਾਨ ਜੀ ਜਾਂਦੇ ਨੇ ਉੱਥੋਂ ਦਾ ਸ਼ਹਿਰ ਦੇ ਕਰਫਿਊ ਲਗਾ ਦਿੱਤਾ ਜਾਂਦਾ। ਮੈਂ ਹੁਣੇ ਪੜ੍ਹ ਰਿਹਾ ਸੀ ਕਿ ਜਿਹੜੇ ਲੋਕ ਉਹਨਾਂ ਦੇ ਧਰਨੇ 'ਤੇ ਬੈਠੇ ਨੇ 350 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਸੋ ਇਹੋ ਜਿਹੇ ਵੇਲੇ ਲੋਕਾਂ ਨੂੰ ਹੁਣ ਉਮੀਦ ਨਹੀਂ ਰਹੀ ਕਿਸੇ 'ਤੇ ਵੀ, ਅਤੇ ਭਾਰਤੀ ਜਨਤਾ ਪਾਰਟੀ ਨਾਲ ਅੱਜ ਲੋਕਾਂ ਦਾ ਜੁੜਾਅ ਵਧਿਆ ਹੈ। ਅੱਜ ਇਹ ਨਹੀਂ ਮੈਂ ਕਹਿ ਸਕਦਾ ਕਿ ਲੋਕ ਬੀਜੇਪੀ ਦੇ ਨਾਲ ਤੋੜ ਕੇ ਤੁਰ ਪਏ, ਐਸਾ ਕੋਈ ਸਥਿਤੀ ਨਹੀਂ ਆਈ। ਇਹ ਸਥਿਤੀ ਆਈ ਹੈ ਕਿ ਲੋਕ ਕਿਨਾਰੇ 'ਤੇ ਖੜੇ ਹੋ ਕੇ ਕਿਸੇ ਪਾਰਟੀ ਨੂੰ ਨਹੀਂ ਦੇਖ ਰਹੇ, ਅਤੇ ਇਹ ਜ਼ਰੂਰ ਸੋਚ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਆ ਸਕਦੀ ਆ, ਬੀਜੇਪੀ ਆਲਟਰਨੇਟਿਵ ਦੇ ਸਕਦੀ। ਇਸ ਕਰਕੇ ਕਿਉਂਕਿ ਬੀਜੇਪੀ ਜਿਹੜੇ ਵੀ ਸੂਬੇ 'ਚ ਗਈ ਆ ਉਸ ਸੂਬੇ ਦੇ ਅੰਦਰ ਉਹਨਾਂ ਨੇ ਕੇਵਲ ਔਰ ਕੇਵਲ ਵਿਕਾਸ ਦੀ ਗੱਲ ਕੀਤੀ ਆ, ਨਾ ਕੋਈ ਪਰਿਵਾਰਵਾਦ ਦੀ ਗੱਲ ਕੀਤੀ ਆ, ਨਾ ਇੰਡੀਵਿਜੂਅਲ ਲੀਡਰ ਦੀ ਗੱਲ ਕੀਤੀ ਆ। ਸੋ ਤੁਸੀਂ ਜਿੱਥੇ ਵੀ ਗਈ ਆ ਦੁਬਾਰਾ ਰਿਪੀਟ ਹੋਈ ਆ ਸਰਕਾਰ। ਕਿਉਂਕਿ ਰਿਪੀਟ ਹੋ ਰਹੀ ਆ ਕਿਉਂਕਿ ਉੱਥੋਂ ਦੇ ਕੰਮਾਂ ਦੇ ਕਰਕੇ। ਅੱਜ ਦੇਖੋ ਉੱਤਰ ਪ੍ਰਦੇਸ਼ ਵਰਗਾ ਐਡਾ ਵੱਡਾ ਸੂਬਾ ਸੀਗਾ, ਅੱਜ ਲੋਕ ਉੱਥੋਂ ਦੇ ਕਹਿਣ ਲੱਗ ਪਏ। ਮੈਂ ਸਿੱਖਾਂ ਦੇ ਕੋਲ ਉੱਥੇ ਪ੍ਰੋਗਰਾਮਾਂ ਦੌਰਾਨ ਗਿਆ, ਇਲੈਕਸ਼ਨ ਦੌਰਾਨ ਸਹਾਰਨਪੁਰ ਗਿਆ, ਮੈਨੂੰ ਸਿੱਖਾਂ ਨੇ ਕਿਹਾ ਕਿ ਨਹੀਂ ਭਾਜੀ ਅੱਛਾ ਹੋਇਆ ਤੁਸੀਂ ਆ ਗਏ, ਜੇ ਅਸੀਂ ਵੋਟ ਤੇ ਬੀਜੇਪੀ ਨੂੰ ਹੀ ਪਾਉਣੀ ਸੀ, ਸਾਡੇ ਹਾਲਾਤ ਬਦਲ ਗਏ, ਇੱਥੋਂ ਦੇ ਦਹਿਸ਼ਤ ਬੜੀ ਸੀ, ਇੱਥੇ ਬਹੁਤ ਗੁੰਡਾਗਰਦੀ ਸੀ, ਮਾਹੌਲ ਖਤਮ ਹੋ ਗਿਆ। ਇਨਫਰਾਸਟਰਕਚਰ ਤੁਸੀਂ ਦੇਖੋ ਅੱਜ ਦੇਸ਼ ਭਰ ਦੇ ਅੰਦਰ ਵੱਧਦਾ ਜਾ ਰਿਹਾ, ਲੇਕਿਨ ਆਪਣਾ ਸੂਬਾ ਪਿੱਛੇ ਜਾਂਦਾ ਜਾ ਰਿਹਾ। ਅਤੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਹੀ ਇੱਕ ਆਲਟਰਨੇਟਿਵ ਦੇ ਤੌਰ 'ਤੇ ਪਾਰਟੀ ਹੋ ਸਕਦੀ ਆ। ਆਉਣ ਵਾਲੇ ਸਮੇਂ ਦੇ ਅੰਦਰ ਕਿੰਨਾ ਕੁ ਪਾਰਟੀ ਮਿਹਨਤ ਕਰਕੇ ਲੋਕਾਂ ਨੂੰ ਨਾਲ ਜੋੜ ਪਾਉਂਦੀ ਹੈ, ਇਹ ਵੱਡਾ ਸਵਾਲ ਹੋਊਗਾ। ਲੇਕਿਨ ਆਮ ਆਦਮੀ ਪਾਰਟੀ ਦੀ ਤੁਸੀਂ ਗੱਲ ਕੀਤੀ, ਤੁਸੀਂ ਦੇਖਿਆ ਵੀ ਹੋਣਾ ਕਿ ਭਰੋਸੇਗਤੀ ਮਤਾ ਜਿਹੜਾ ਹੈ ਉਹ ਪਾਸ ਕੀਤਾ ਗਿਆ, ਆਪਰੇਸ਼ਨ ਲੋਟਸ ਦੇ ਇਲਜ਼ਾਮ ਲਗਾਏ। ਆਪੋਜੀਸ਼ਨ ਦੇ ਤੌਰ ਤੇ ਕਿੰਨੀ ਕੀ ਮਜ਼ਬੂਤ ਕਾਂਗਰਸ ਨਾਲੋਂ ਬੀਜੇਪੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ? ਜੇ ਤੁਸੀਂ ਦੇਖੋਗੇ ਜਿੰਨਾ ਕੁਝ ਵੀ ਪਿਛਲੇ ਆਪੋਜੀਸ਼ਨ ਦੇ ਤੌਰ ਤੇ ਪਿਛਲੇ ਦਿਨਾਂ 'ਚ ਹੋਇਆ ਹੈ, ਤੇ ਮੈਨੂੰ ਲੱਗਦਾ ਹੈ ਕਿ ਕੋਈ ਪਾਰਟੀ ਉਹ ਆਪੋਜੀਸ਼ਨ ਰੋਲ ਨਹੀਂ ਨਿਭਾ ਸਕੀ ਜੋ ਬੀਜੇਪੀ ਨੇ ਨਿਭਾਇਆ ਪੰਜਾਬ ਅੰਦਰ। ਤੁਸੀਂ ਦੇਖੋ ਸਭ ਤੋਂ ਵੱਡੀ ਮਿਸਾਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ 90-92 ਸੀਟਾਂ ਇੱਕ ਸਮੇਂ 'ਚ ਆਈਆਂ ਸੀਗੀਆਂ। ਸ਼੍ਰੋਮਣੀ ਅਕਾਲੀ ਦਲ ਸੰਗਰੂਰ ਬਾਈ ਇਲੈਕਸ਼ਨ 'ਚ ਬੀਜੇਪੀ ਤੋਂ ਵੀ ਥੱਲੇ ਆ ਗਈ। ਸੋ ਬੀਜੇਪੀ ਤੋਂ ਥੱਲੇ ਕਿਵੇਂ ਆਈ? ਕਿਉਂਕਿ ਬੀਜੇਪੀ ਉੱਪਰ ਆਉਣ ਲੱਗ ਪਈ। ਇੱਕ ਗੱਲ, ਬੀਜੇਪੀ ਦੇ ਹੀ ਲੀਡਰਸ਼ਿਪ ਅੱਜ ਉੱਥੇ ਰੋਲ ਅਦਾ ਕਰ ਰਿਹਾ। ਹਾਂ, ਬਹੁਤ ਸਾਰੀ ਸਿੱਖ ਲੀਡਰਸ਼ਿਪ ਦੀ ਅੱਜ ਪੰਜਾਬ ਦੇ ਅੰਦਰ ਲੋੜ ਆ। ਪੰਜਾਬ ਜਿਹੜਾ ਹੈ ਉਹ ਇੱਕ ਐਸਾ ਇਕੱਲਾ ਸੂਬਾ ਹੈ ਜਿਹਦੇ ਅੰਦਰ ਸਿੱਖਾਂ ਦੀ ਡੋਮੀਨੈਂਸ ਸੀਗੀ, ਸਿੱਖਾਂ ਦੀ ਡੋਮੀਨੈਂਸ ਹੈ।
ਉੱਥੇ ਜਿੱਥੇ ਭਾਈਚਾਰਕ ਸਾਂਝ ਦੇ ਉੱਤੇ ਬੀਜੇਪੀ ਨੇ ਅਕਾਲੀ ਦਲ ਨੂੰ ਆਪਣਾ ਸਹਿਯੋਗ ਦਿੱਤਾ ਸੀਗਾ, ਅੱਜ ਉਹ ਭਾਈਚਾਰਕ ਸਾਂਝ ਬੀਜੇਪੀ ਚਾਹ ਰਹੀ ਕਿ ਸਾਡੀ ਆਪਣੀ ਪਾਰਟੀ ਦੇ ਅੰਦਰ ਹੀ ਹੋਣ, ਸਿੱਖ ਵੀ ਜਿਹੜੇ ਵੱਡੇ ਚਿਹਰੇ ਨੇ, ਜਿਹੜੇ ਕਮਿਊਨਿਟੀ ਨੂੰ ਲੀਡ ਕਰਨ ਵਾਲੇ ਲੋਕ ਨੇ, ਉਹ ਸਾਡੇ ਨਾਲ, ਅਸੀਂ ਸਿੱਧੇ ਤੌਰ 'ਤੇ ਉਹਨਾਂ ਨਾਲ ਇੰਟਰੈਕਟ ਕਰੀਏ, ਤਾਂ ਕਿ ਅੱਗੇ ਕੀ ਹੁੰਦਾ ਸੀ, ਲਾਸ ਜਿਹੜਾ ਸੀ ਉਹ ਬੀਜੇਪੀ ਦਾ ਹੋ ਜਾਂਦਾ ਸੀ, ਕ੍ਰੈਡਿਟ ਦੂਜੀ ਪਾਰਟੀ ਲੈਂਦੀ ਸੀਗੀ। ਸੋ ਪਾਰਟੀ ਚਾਹੁੰਦੀ ਆ, ਇਸ ਕਰਕੇ ਬੀਜੇਪੀ ਵਾਸਤੇ ਵੀ ਇਹ ਬੜਾ ਵੱਡਾ ਚੈਲੰਜਿੰਗ ਜੋਬ ਆ ਕਿ ਸਭ ਨੂੰ ਇਕੱਠੇ ਲੈ ਕੇ ਚੱਲਣਾ, ਔਰ ਉਹ ਬਦਲਾਵ ਦਿਖ ਰਿਹਾ। ਅੱਜ ਬੀਜੇਪੀ ਦੇ ਜਿਹੜੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ, ਅਸੀਂ ਉਹ ਦੇਖ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਬਿਲਕੁਲ ਕਲੀਅਰ ਆ ਕਿ ਮੈਂ ਜਿਹੜੀ ਮੈਜੋਰਿਟੀ ਕਮਿਊਨਿਟੀ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ, ਔਰ ਉਹਦੇ ਵਾਸਤੇ ਉਹ ਇੱਕ ਕਦਮ ਵੱਧ ਕੇ ਅੱਗੇ ਕੋਸ਼ਿਸ਼ ਕਰਦੇ ਪਏ ਨੇ, ਚਾਹੇ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਦਾ ਪਾਰਟੀ 'ਚ ਆਉਣਾ ਹੋਵੇ ਜਾਂ ਹੋਰ ਵੀ ਲੀਡਰਾਂ ਦਾ, ਉਹਦਾ ਇੱਕ ਬਹੁਤ ਵੱਡਾ ਲਾਭ ਤੇ ਮਿਲ ਹੀ ਰਿਹਾ ਹੈ। ਪ੍ਰਭਾਵ ਪੈ ਰਿਹਾ ਤੁਹਾਨੂੰ ਲੱਗ ਰਿਹਾ? ਸਿੱਖ ਸਫਾ 'ਚ ਜ਼ਰੂਰ ਇਹਦਾ ਇੱਕ ਮੈਸੇਜ ਆ ਰਿਹਾ ਹੈ ਕਿ ਦੇਖੋ ਕੀ ਹੋਇਆ ਕਿ ਇੱਕ ਜਿਹੜੀ ਗਲਤੀ ਵੀ ਮੈਂ ਨਹੀਂ ਕਹੂੰਗਾ ਉਸ ਉਦੋਂ ਦੀ ਜ਼ਰੂਰੀ ਵੀ ਸੀਗਾ, ਲੇਕਿਨ ਇਹ ਇੱਕ ਕੰਸੈਪਟ ਗਲਤ ਸੀਗਾ ਕਿ ਇੱਕ ਪਾਰਟੀ ਸਿੱਖ ਲੈ ਕੇ ਆਵੇ, ਦੂਜੀ ਪਾਰਟੀ ਨੌਨ ਸਿੱਖ ਲੈ ਕੇ ਆਵੇ। ਇਹ ਕੰਸੈਪਟ ਥੋੜ੍ਹਾ ਗਲਤ ਸੀ ਮੈਨੂੰ ਲੱਗਦਾ ਹੈ। ਅਲਾਇੰਸ ਰਿਲੀਜੀਅਸ ਲਾਈਨਸ 'ਤੇ ਉਸ ਵੇਲੇ ਮਜਬੂਰੀ ਸੀ, ਹਾਲਾਤ ਬੜੇ ਵਿਗੜ ਗਏ ਸੀ, ਪੰਜਾਬ ਦੇ ਭਾਈਚਾਰਕ ਸਾਂਝ ਨੂੰ ਕਾਇਮ ਕਰਨਾ ਵੀ ਬਹੁਤ ਲੋੜ ਸੀ, ਉਹਦੇ ਵਾਸਤੇ ਉਸ ਵੇਲੇ ਦੀ ਜ਼ਰੂਰਤ ਸੀਗੀ। ਅੱਜ ਇਸ ਗੱਲ ਦੀ ਜ਼ਰੂਰਤ ਆ ਕਿ ਬੀਜੇਪੀ ਸਿੱਧੇ ਤੌਰ ਦੇ ਉੱਤੇ ਜਿਹੜੇ ਸਿੱਖਾਂ ਦੇ ਮਸਲੇ ਵੀ ਹੱਲ ਕਰੇ, ਸਿੱਖਾਂ ਦੇ ਨੂੰ ਨਾਲ ਲੈ ਕੇ ਵੀ ਚੱਲੇ, ਔਰ ਸਿੱਧੇ ਤਰੀਕੇ 'ਤੇ ਸਿੱਖਾਂ ਨਾਲ ਆਪਣੇ ਵੱਡੇ ਭਰਾ ਦੇ ਰੂਪ 'ਚ ਡੀਲ ਕਰੇ। ਅੱਜ ਉਹਦੀ ਲੋੜ ਆ। ਸਿਸਟਰ ਜੀ, ਤੁਹਾਨੂੰ ਲੱਗਦਾ ਹੈ ਕਿ ਕਿਉਂਕਿ ਬੀਜੇਪੀ ਨੂੰ ਹਮੇਸ਼ਾ ਇਹ ਦੇਖਿਆ ਗਿਆ ਹੈ, ਜਿਵੇਂ ਅਸੀਂ ਨੋਰਮਲੀ ਵੀ ਕਿਸੇ ਪੰਜਾਬੀ ਨਾਲ ਗੱਲ ਕਰੋ, ਉਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਸਿਰਫ ਇੱਥੇ ਹਿੰਦੂਤਵ ਦੇ ਲਈ ਗੱਲ ਕਰ ਰਹੀ, ਹਿੰਦੂਜ਼ ਦੇ ਲਈ ਗੱਲ ਕਰਦੀ ਹੈ, ਲੇਕਿਨ ਕੀ ਹੁਣ ਲੋਕੀ ਇਹ ਸਮਝ ਰਹੇ ਨੇ ਇਸ ਗੱਲ ਨੂੰ ਕਿ ਇਹ ਸਿਰਫ ਕਿਸੇ ਜਾਤ ਪਾਤ ਜਾਂ ਰਿਲੀਜਨ ਦੇ ਲਈ ਹੈ, ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਹੈ, ਖਾਸ ਕਰ ਪੰਜਾਬ ਦੇ ਵਿੱਚ? ਦੇਖੋ, ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ। ਜਿਵੇਂ ਪ੍ਰਧਾਨ ਮੰਤਰੀ ਜੀ ਦਾ ਨਾਅਰਾ ਸਬਕਾ ਸਾਥ ਸਬਕਾ ਵਿਕਾਸ, ਉਹ ਸਬਕਾ ਸਾਥ ਸਬਕਾ ਵਿਕਾਸ ਹੀ ਹੋਣਾ ਚਾਹੀਦਾ ਹੈ। ਔਰ ਪੰਜਾਬ ਦੇ ਅੰਦਰ ਮੈਂ ਜਿਵੇਂ ਦੱਸਿਆ ਕਿ ਪਹਿਲਾਂ ਮਾਡਲ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਪੰਥਕ ਸਿੱਖ ਵੋਟ ਨੂੰ ਉਹ ਲੈ ਕੇ ਆਉਂਦੇ ਸੀ, ਬੀਜੇਪੀ ਜਿਹੜਾ ਸੀ ਉਹ ਨੌਨ ਸਿੱਖ ਵੋਟ ਨੂੰ ਲੈ ਕੇ ਆਉਂਦੀ ਸੀ। ਮਾਡਲ ਹੀ ਇਹ ਸੀਗਾ ਜਿਹਦੇ ਅੰਦਰ 92 ਸੀਟਾਂ ਅਕਾਲੀ ਦਲ ਲੜ ਰਿਹਾ ਸੀਗਾ। ਸੋ ਇਹ ਮਾਡਲ ਜਿਹੜਾ ਹੈ, ਇਸ ਮਾਡਲ ਦੇ ਤਹਿਤ ਦੋਵਾਂ ਦੇ ਇਕੱਠੇ ਚੱਲੇ ਸੀ। ਹੁਣ ਬੀਜੇਪੀ ਦੀ ਲੀਡਰਸ਼ਿਪ ਹੀ ਸ਼ਹਿਰਾਂ ਤੱਕ ਸੀਮਿਤ ਸੀ, ਔਰ ਉਹ ਜ਼ਿਆਦਾਤਰ ਲੀਡਰਸ਼ਿਪ ਜਿਹੜੀ ਸੀ ਉਹ ਨੌਨ ਸਿੱਖਾਂ ਦੇ ਅੰਦਰ ਸੀਗੀ। ਉਸ ਲੀਡਰਸ਼ਿਪ ਦੇ ਅੰਦਰ ਹੁਣ ਸਿੱਖਾਂ ਦਾ ਜਿਹੜਾ ਹੈ ਉਹ ਵਜੂਦ ਜਿਹੜਾ ਹੈ ਉਹ ਖੜਾ ਹੋਣਾ ਸ਼ੁਰੂ ਹੋਇਆ ਹੈ, ਔਰ ਉਹਨਾਂ ਵੱਲੋਂ ਵੀ ਦੋਵੇਂ ਹੱਥ ਖੋਲ੍ਹ ਕੇ ਜਿਹੜਾ ਹੈ ਉਹਨਾਂ ਨੂੰ ਨਾਲ ਜੋੜਿਆ ਜਾ ਰਿਹਾ। ਸੋ ਇਸ ਕਰਕੇ ਜੋ ਤੁਸੀਂ ਕਿਹਾ ਇਹ ਬਿਲਕੁਲ ਠੀਕ ਸੋਚ ਸੀ, ਪਹਿਲਾਂ ਸੋਚ ਹੀ ਇਹ ਸੀਗੀ, ਔਰ ਇਸੇ ਸੋਚ ਦੇ ਤਹਿਤ ਪਾਰਟੀ ਚੱਲ ਰਹੀ ਸੀ। ਹੁਣ ਪਾਰਟੀ ਵੱਲੋਂ ਵੀ ਇਹ ਗੱਲ ਬਿਲਕੁਲ ਕਲੀਅਰ ਕੀਤੀ ਗਈ ਹੈ ਕਿ ਸਿੱਖ ਨੂੰ ਸਿੱਧੇ ਤਰੀਕੇ ਪਾਰਟੀ ਦੇ ਅੰਦਰ ਜੋੜ ਕੇ ਉਹਨੂੰ ਸਿੱਧਾ ਮਾਣ ਤਾਣ ਦਿੱਤਾ ਜਾਵੇ, ਅਸੀਂ ਕਿਸੇ ਪਾਰਟੀ ਦੇ ਨਿਰਭਰ ਨਾ ਰਹੀਏ ਉਹਨਾਂ ਲਈ। ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਸਖਤ ਨਜ਼ਰ ਆਉਂਦੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਬਣੇ, ਸਹੁੰ ਚੁੱਕੀ ਐਂਟੀ ਜਿਹੜੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਉਹਨਾਂ ਨੇ ਕਿ ਕਰਪਸ਼ਨ ਦੇ ਵਿਰੁੱਧ, ਆਪਣੇ ਮੰਤਰੀ ਨੂੰ ਉਹਨਾਂ ਨੇ ਬਰਖਾਸਤ ਵੀ ਕੀਤਾ। ਇਸ ਤੋਂ ਇਲਾਵਾ ਲਗਾਤਾਰ ਤੁਸੀਂ ਵੀ ਦੇਖ ਰਹੇ ਹੋ ਉਹਨਾਂ ਦੇ ਮੰਤਰੀਆਂ ਦੀ ਆਡੀਓਜ਼ ਵਾਇਰਲ ਹੋ ਰਹੀਆਂ ਤੇ ਡਿਫਰੈਂਟ ਜਿਹੜੇ ਕੇਸਿਸ ਸਾਹਮਣੇ ਆ ਰਹੇ ਨੇ। ਦਿੱਲੀ ਦੇ ਵਿੱਚ ਵੀ ਇਹੀ ਹਾਲ ਹੈ, ਕਹਿੰਦੇ ਨੇ ਕਿ ਅਸੀਂ ਕੱਟੜ ਇਮਾਨਦਾਰ ਸਾਡੀ ਸਰਕਾਰ ਹੈ ਤੇ ਸਾਡੇ ਉੱਤੇ ਜਿਹੜੇ ਹੈ ਝੂਠੇ ਆਰੋਪ ਲਗਾਏ ਜਾਂਦੇ ਨੇ ਕਿਉਂਕਿ ਅਸੀਂ ਗੁਜਰਾਤ ਜਿੱਤ ਰਹੇ ਹਾਂ, ਹਿਮਾਚਲ ਜਿੱਤ ਰਹੇ ਹਾਂ। ਨਹੀਂ, ਇਹ ਉਹਨਾਂ ਦਾ ਦੇਖੋ, ਮੈਂ ਉਹਨਾਂ ਦੀ ਸਟੇਟਮੈਂਟ ਨੂੰ ਮੰਨ ਲੈਂਦਾ ਜੀ ਉਹਨਾਂ ਨੇ ਸਟੇਟਮੈਂਟ ਪਹਿਲੀ ਵਾਰ ਦਿੱਤੀ ਹੁੰਦੀ। ਹਰ ਇਲੈਕਸ਼ਨ 'ਚ ਉਹਨਾਂ ਦੀ ਫਿਕਸ ਸਟੇਟਮੈਂਟ ਆ। ਮੰਨ ਲਓ ਜਦੋਂ ਉਹ यूपी का चुनाव लड़ रहे थे, उन्होंने की स्टेटमेंट सी यही सी, हम जीत रहे हैं जी यूपी में, हम इस एक तरफा माहौल बन रहा है, हम 2/3 सीटों के साथ यूपी में सरकार बना रहे हैं, 2/3 छोड़ो 2 और 3 भी सीटां नहीं आईयां। सेम उन्होंने गोवा अंदर लाइन सी, सेम उन्होंने उत्तराखंड अंदर लाइन सी, उत्तराखंड के लोग तो हमारे साथ एक तरफा चल रहे हैं, इसलिए ये वो झूठ बोलने की उन्होंने कला एक फिक्स आ। मैं तो एक गल कहना कि अगर उन्होंने पहली बार बोलिया होंदा तो असीं मन सकते सी कि यार हो सकता है सच बोल रहे होणगे, लेकिन उन्होंने जिहड़े यूपी वास्ते भी ये लाइनां बोलियां सी, उत्तराखंड वास्ते भी लाइनां बोलियां सी, गोवा वास्ते भी लाइनां बोलियां सी, हरियाणे वास्ते भी लाइनां उन्होंने बोलियां सी। दूजी गल हुण आ गई करप्शन की गल। करप्शन तो अगर वो सच्चे ने उन्होंने जवाब देना चाहिए। मेरी तो बड़ी सिंपल जी है, देखो मेरी कंप्लेंट तो इत्थे मुकदमा दर्ज होया पंजाब च होएगा, बच नहीं सकता। बड़ा सिंपल साहिब है कि ऐसा की मजबूरी है कि अरविंद केजरीवाल जी ने अपने दोस्तों को ही शराब का काम दिता है। अगे पंजाब च जगह जगह होलसेलर सीगे, ये कहते सीगे कि मोनोपोली करते हैं अकाली दल या कांग्रेस के लोग, तो अज सब तो वड्डी मोनोपोली 3 लोगों को काम दिता है पंजाब का सारा, जिहदे अंदर 2 कंपनियां, एक ब्रिंडको आ और एक अनंत वाइन्स आ। अनंत वाइन्स जी हरियाणे और यूपी अंदर ब्लैक लिस्टड कंपनी है, उन्होंने काम दिता है। परने रिकॉर्ड का काम जोड़ा है परने का वो सारे का सारा अनंत वाइन्स कोल आ, और जोड़ा डियाजियो का काम आ सारे का सारा वो ब्रिंडको कोल आ। सारी दिल्ली दी देश की सॉरी माफ़ करना पंजाब की जी शराब आ वो 80% काम 2 लोगों को दिता गया। क्यों की मजबूरी तुहाडी? अच्छा फिर ऑक्शन च नहीं दिता गया, अलॉट किया गया काम।
ਸੋ ਦਿੱਲੀ ਅੰਦਰ ਅਗਰ ਇਹ ਪਾਲਿਸੀ ਚੰਗੀ ਸੀ ਫਿਰ ਦਿੱਲੀ 'ਚ ਵਾਪਸ ਕਿਉਂ ਲਈ? ਦੂਜੀ ਗੱਲ, ਅਗਰ ਇਹ ਪਾਲਿਸੀ ਚੰਗੀ ਸੀਗੀ ਤੇ 2% ਤੋਂ 12% ਪ੍ਰਾਈਵੇਟ ਲੋਕਾਂ ਨੂੰ ਕਮਿਸ਼ਨ ਕਿਉਂ ਦਿੱਤੀ? ਔਰ ਉਹ ਸਾਰੇ ਬੰਦੇ ਉਹ ਕਿਉਂ ਨੇ ਜਿਨ੍ਹਾਂ ਦੇ ਅਰਵਿੰਦ ਕੇਜਰੀਵਾਲ ਜੀ ਦੇ ਦੋਸਤ ਨੇ ਜਿਹੜੇ ਸ਼ਰਾਬ ਦਾ ਕੰਮ। ਅਗਰ ਉਹ ਪਾਲਿਸੀ ਚੰਗੀ ਸੀਗੀ ਫਿਰ ਉਸ ਪਾਲਿਸੀ ਦੇ ਤਹਿਤ ਦਿੱਲੀ ਦੀ ਸਰਕਾਰ ਨੂੰ 3,500 ਕਰੋੜ ਦਾ ਘਾਟਾ ਕਿਉਂ ਹੋਇਆ? ਜੇ ਉਹ ਪਾਲਿਸੀ ਚੰਗੀ ਸੀਗੀ ਫਿਰ ਕੇਵਲ ਪ੍ਰਾਈਵੇਟ ਜਿਹੜੇ ਸ਼ਰਾਬ ਦੇ ਠੇਕੇਦਾਰ ਸੀਗੇ ਹੋਲਸੇਲਰ ਉਹਨਾਂ ਨੂੰ ਹਜ਼ਾਰਾਂ ਕਰੋੜ ਦਾ ਲਾਭ ਹੋ ਗਿਆ, ਵਾਈਸ ਵਰਸਾ ਸਰਕਾਰ ਨੂੰ ਹਜ਼ਾਰਾਂ ਕਰੋੜ ਦਾ ਲਾਸ ਹੋ ਗਿਆ। ਹੁਣ 3 ਮਹੀਨਿਆਂ 'ਚ ਹੀ ਉਹ ਸਾਰੀ ਰਿਕਵਰੀ ਵੀ ਹੋ ਗਈ ਸਾਰੀ। ਹੁਣ ਦੁਬਾਰਾ ਦਿੱਲੀ ਦੀ ਸਰਕਾਰ ਜਿਹੜੀ ਪ੍ਰੋਫਿਟ 'ਚ ਆ ਗਈ ਤੇ ਸਰਕਾਰੀ ਜਿਹੜੇ ਪ੍ਰਾਈਵੇਟ ਸ਼ਰਾਬ ਦੇ ਠੇਕੇਦਾਰ ਸੀਗੇ ਉਹਨਾਂ ਦਾ ਪ੍ਰੋਫਿਟ ਖਤਮ ਹੋ ਗਿਆ। ਸੋ ਇਹ ਤਾਂ ਸਾਹਮਣੇ ਹੀ ਆ, ਜਨਤਕ ਹੈ, ਇਹਦੇ ਤੇ ਉਹ ਜਵਾਬ ਨਹੀਂ ਦਿੰਦੇ। ਸੋ ਬੜਾ ਸਪਸ਼ਟ ਹੈ ਕਿਉਂਕਿ ਉਹਨਾਂ ਨੇ ਪੈਸੇ ਦੇ ਬੜੇ ਵੱਡੇ ਪੱਧਰ ਤੇ ਔਰ ਸਾਰੇ ਹੁਣ ਤੇ ਖੁੱਲੀਆਂ ਜਨਤਕ ਗੱਲਾਂ ਨੇ। ਕਿਸ ਤਰ੍ਹਾਂ ਗੋਆ ਪੈਸਾ ਜਾ ਰਿਹਾ ਸੀ, ਪੰਜਾਬ ਸ਼ਰਾਬ ਦਾ ਪੈਸਾ ਜਾ ਰਿਹਾ ਸੀ, ਹੁਣ ਪੰਜਾਬ ਦਾ ਪੈਸਾ ਗੁਜਰਾਤ 'ਚ ਜਾ ਰਿਹਾ। ਤੇ ਈਡੀ ਜਿਹੜੀ ਰੇਡ ਚੱਲ ਰਹੀ ਹੈ ਕਾਫੀ ਖੁਲਾਸੇ ਜਿਹੜੇ ਇਸ ਵਿੱਚ ਹੋ ਵੀ ਰਹੇ ਨੇ, ਸਾਹਮਣੇ ਹੋ ਰਹੇ, ਸਭ ਦੇ ਸਾਹਮਣੇ ਹੀ ਆ। ਹੁਣ ਦੇਖੋ ਮਨੀਸ਼ ਸਿਸੋਦੀਆ ਦੇ ਬੰਦੇ ਪਕੜੇ ਗਏ, ਕੈਸ਼ ਕਿੰਨਾ ਰਿਕਵਰ ਹੋ ਗਿਆ, ਕਿੰਨਾ ਕੈਸ਼, ਇਹ ਸਾਰਾ ਪੈਸਾ ਕਿੱਥੋਂ ਆਇਆ? ਤੁਸੀਂ ਤੇ ਇਮਾਨਦਾਰ ਬੰਦੇ ਜੀ, ਪੈਸਾ ਕਿੱਥੋਂ ਆਇਆ? ਸਤਿੰਦਰ ਜੈਨ ਅੱਜ ਤੁਹਾਡੇ ਮੰਤਰੀ ਜੇਲ੍ਹ 'ਚ ਨੇ, ਕਿਉਂ ਜੇਲ੍ਹ 'ਚ ਨੇ? ਪਹਿਲਾ ਦੇਸ਼ ਦਾ ਮੰਤਰੀ ਆ ਜਿਹੜਾ ਮੰਤਰੀ ਦੇ ਰੂਪ 'ਚ ਜੇਲ੍ਹ 'ਚ ਆ। ਜੇ ਉਹ ਇਮਾਨਦਾਰ ਆ, ਅਸੀਂ ਕਿੰਨੇ ਮੰਨ ਲੈਂਦੇ ਉਹ ਇਮਾਨਦਾਰ ਆ, ਅਸੀਂ ਮੰਨ ਲੈਂਦੇ ਕਿ ਈਡੀ ਗਲਤ ਹੋ ਸਕਦਾ, ਈਡੀ ਜਾਤੀ ਕਰ ਰਹੀ ਹੋਗੀ, ਆਪਾਂ ਮੰਨ ਲੈਂਦੇ ਇਹਨਾਂ ਦੀ ਗੱਲ ਨੂੰ। ਪਰ ਫਿਰ ਕੋਰਟ ਦੇ ਅੰਦਰ ਤੁਸੀਂ ਆਪਣੇ ਡਾਕੂਮੈਂਟ ਰੱਖ ਕੇ ਕਿਉਂ ਨਹੀਂ ਦੱਸਦੇ ਕੋਰਟ ਨੂੰ? ਫਿਰ ਕੋਰਟ ਤੁਹਾਡੀ ਸੁਣਵਾਈ ਕਿਉਂ ਨਹੀਂ ਕਰਦੀ? ਕੋਰਟ ਤੁਹਾਨੂੰ ਜੇਲ੍ਹ 'ਚ ਕਿਉਂ ਭੇਜ ਰਹੀ ਆ? ਕੋਰਟ ਤੁਹਾਨੂੰ ਕਿਉਂ ਡਾਂਟ ਲਗਾ ਰਹੀ ਆ? ਕੋਰਟ ਤੁਹਾਡੀਆਂ ਪ੍ਰਾਪਰਟੀਆਂ ਕਿਉਂ ਖੁਰਦ-ਬੁਰਦ ਕਰ ਰਹੀ ਆ, ਜ਼ਬਤ ਕਰ ਰਹੀ ਆ? ਕਿਉਂਕਿ ਤੁਸੀਂ ਕਰਪਸ਼ਨ ਦੇ ਪੈਸੇ ਇਕੱਠੇ ਕੀਤੇ ਨੇ। ਇੱਕ ਆਰੋਪ ਇਹ ਹਮੇਸ਼ਾ ਬੀਜੇਪੀ ਤੇ ਲੱਗਦਾ ਆਇਆ ਹੈ ਕਿ ਸੀਬੀਆਈ ਤੇ ਈਡੀ ਦਾ ਦੁਰਵਰਤੋਂ ਕੀਤੀ ਜਾਂਦੀ ਹੈ। ਹੁਣ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਉੱਤੇ ਇਲਜ਼ਾਮ ਲੱਗ ਰਹੇ ਕਿ ਵਿਜੀਲੈਂਸ ਦਾ ਦੁਰਉਪਯੋਗ ਕਰ ਰਹੀ ਹੈ, ਖਾਸ ਕਰ ਚਾਹੇ ਉਹ ਕੋਈ ਅਧਿਕਾਰੀ ਹੋਵੇ ਜਾਂ ਫਿਰ ਸਾਬਕਾ ਕਾਂਗਰਸੀ ਵਿਧਾਇਕ ਹੋਵੇ ਜਾਂ ਕਿਸੇ ਵੀ ਪਾਰਟੀ ਦੇ ਵਿਧਾਇਕ ਹੋਣ ਜਾਂ ਮੰਤਰੀ ਹੋਣ, ਉਹਨਾਂ ਉੱਤੇ ਵੀ ਜਿਹੜੀ ਜਾਂਚ ਚੱਲ ਰਹੀ ਹੈ। ਤੇ ਕਿੰਨੇ ਕੀ ਸਹੀ ਹੁੰਦੇ ਇਹ ਐਲੀਗੇਸ਼ਨਸ? ਦੇਖੋ, ਮੈਂ ਨਹੀਂ ਕਹਿੰਦਾ ਐਲੀਗੇਸ਼ਨ ਗਲਤ ਠੀਕ, ਤੇ ਮੈਂ ਪਹਿਲਾਂ ਜਾਣਾ, ਮੈਂ ਤਾਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਗੱਲ ਦੱਸ ਸਕਦਾ। ਈਡੀ ਨੇ ਜਿੰਨੀਆਂ ਰੇਡਾਂ ਕੀਤੀਆਂ, ਮੰਨ ਲਓ ਮਮਤਾ ਬੈਨਰਜੀ ਜੀ ਨੇ ਵੀ ਕਿਹਾ ਕਿ ਈਡੀ ਗਲਤ ਕਰਦੀ ਪਈ ਆ, ਔਰ ਜਦੋਂ ਉਹਨਾਂ ਦੇ ਮੰਤਰੀ ਕੋਲੋਂ 30-32 ਕਰੋੜ ਰੁਪਇਆ ਫਿਰ 50 ਕਰੋੜ ਰੁਪਇਆ ਕੈਸ਼ ਹੋ ਗਿਆ, ਹਾਰਡ ਕੈਸ਼, ਤੇ ਮਮਤਾ ਜੀ ਨੂੰ ਆਪਣਾ ਮੰਤਰੀ ਸੈਕ ਕਰਨਾ ਪਿਆ। ਠੀਕ ਆ, ਇਹਦਾ ਮਤਲਬ ਈਡੀ ਗਲਤ ਨਹੀਂ ਕਰ ਰਹੀ ਸੀ। ਮਹਾਰਾਸ਼ਟਰ 'ਚ ਆ ਜਾਓ, ਮਹਾਰਾਸ਼ਟਰ ਦੇ ਹੋਮ ਮਿਨਿਸਟਰ ਜਿਹੜੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਸਬਸਟੈਂਸ਼ੀਅਲ ਅਮਾਊਂਟ ਕੈਸ਼ ਮਿਲਿਆ। ਅੱਜ 8 ਮਹੀਨਿਆਂ ਤੋਂ ਅੰਦਰ ਨੇ, ਕੋਰਟ ਦੇ ਕੋਲ ਜਾਂਦੇ ਨੇ, ਕੋਰਟ ਦੇ ਕੋਲ ਅਗਰ ਸੱਚਾਈ ਹੁੰਦੀ ਤਾਂ ਉਹਨਾਂ ਨੂੰ ਕੋਰਟ ਅੱਜ ਇੱਕ ਦਿਨ ਛੱਡ ਦਿੰਦੇ। ਇਹਦਾ ਮਤਲਬ ਉਹ ਵੀ ਨਹੀਂ ਸਾਬਤ ਕਰ ਪਾਏ। 100 150 ਕਰੋੜ ਰੁਪਏ ਈਡੀ ਦੀ ਰੇਡਾਂ 'ਚ ਮਿਲਿਆ ਹੈ। ਠੀਕ ਹੈ, ਇਹਨੂੰ ਆਪਾਂ ਵੈਂਡੇਟਾ ਕਿਵੇਂ ਕਹਿ ਸਕਦੇ ਹਾਂ? ਵਾਈਸ ਵਰਸਾ ਤੁਸੀਂ ਪੰਜਾਬ 'ਚ ਆ ਜਾਓ, ਪੰਜਾਬ 'ਚ ਇਹਨਾਂ ਨੇ ਅੱਜ ਹੀ FIR ਰੱਦ ਹੋਈ ਆ ਤੇਜਿੰਦਰ ਬੱਗੇ ਦੀ ਤੇ ਕੁਮਾਰ ਵਿਸ਼ਵਾਸ ਦੀ। ਜੇ ਸੱਚੀ ਹੁੰਦੀ ਤਾਂ ਕਿਉਂ ਰੱਦ ਹੋ ਜਾਂਦੀ? ਸੋ ਉਹਨਾਂ ਨੂੰ ਨਵੀਂ ਸਰਕਾਰ ਮਿਲੀ ਆ, ਉਹਨਾਂ ਦੇ ਕੋਲ ਇੱਕ ਹੀ ਰਸਤਾ ਬਸ ਦਿਖਦਾ ਪਿਆ ਹੈ ਕਿ ਅਸੀਂ ਹਾਈਪ ਬਣਾਉਣੀ ਆ। ਹੁਣ ਉਹ ਕਹਿੰਦੇ ਅਸੀਂ ਆਪਣੇ ਮੰਤਰੀ ਨੂੰ ਅੰਦਰ ਕੀਤਾ। अरविंद केजरीवाल जी ने कहा मेरी आंखों में आंसू आ गए, मैं रो पड़ा जब मैंने भगवंत मान जी की ट्वीट पढ़ा कि उन्होंने जैसे ही उनके पास ऑडियो आई उन्होंने अपना मंत्री बर्खास्त कर दिया। आज तक वो ऑडियो किसी ने नहीं सुनी। क्या उस ऑडियो अंदर वो पैसे अरविंद केजरीवाल जी ਨੂੰ ਦੇਣ ਦੀ ਗੱਲ ਕਰ ਰਿਹਾ ਸੀ, ਜਾਂ ਉਸ ਆਡੀਓ 'ਚ ਉਹ ਪੈਸੇ ਭਗਵੰਤ ਮਾਨ ਜੀ ਆਪਣੇ ਕੀ ਨਾਮ ਇਹਨਾਂ ਦਾ ਡਿਪਟੀ CM ਮਨੀਸ਼ ਸਿਸੋਦੀਆ ਜੀ ਨੂੰ ਦੇਣ ਦੀ ਗੱਲ ਕਰ ਰਿਹਾ ਸੀ, ਜਾਂ ਰਾਘਵ ਚੱਡਾ ਜੀ ਨੂੰ ਦੇਣ ਦੀ ਗੱਲ ਕਰ ਰਿਹਾ ਸੀ? ਭਗਵੰਤ ਮਾਨ ਜੀ ਨੇ ਉਸ ਵੀਡੀਓ ਨੂੰ ਕਿਉਂ ਨਹੀਂ ਜਨਤਕ ਕੀਤਾ? ਇਹਦਾ ਮਤਲਬ ਉਹਦੇ ਅੰਦਰ ਕੋਈ ਐਸੀਆਂ ਗੱਲਾਂ ਹੈਗੀਆਂ ਨੇ ਜਿਹਦੇ ਨਾਲ ਬਾਕੀ ਲੋਕ ਫਸਦੇ ਪਏ ਨੇ ਅੱਜ ਤੱਕ। ਉਹ ਔਰ ਇੱਥੋਂ ਤੱਕ ਕੋਰਟ ਨੇ ਬੇਲ ਦੇਣ ਲੱਗਿਆ ਪੁੱਛਿਆ ਵੀ ਉਹ ਵੀਡੀਓ ਤੇ ਦਿਓ, ਉਹ ਆਡੀਓ ਕਿੱਥੇ ਆ? ਕਹਿ ਰਹੇ ਨਹੀਂ ਦੇਣੀ। ਇਟ ਮੀਨਸ, ਔਰ ਦੂਜੇ ਪਾਸੇ ਸਰਾਰੀਆ ਜਿਹੜਾ ਉਹਨਾਂ ਦਾ ਮੰਤਰੀ ਆ, ਸਰਾਰੀਆ ਸਾਹਿਬ ਕੀ ਨਾਮ ਉਹਨਾਂ ਦਾ, ਫੌਜਾ ਸਿੰਘ ਸਰਾਰੀਆ ਜੀ, ਉਹਨਾਂ ਦੀ ਆਡੀਓ ਜਨਤਕ ਘੁੰਮਦੀ ਪਈ ਆ, ਸਾਰੇ ਸ਼ਹਿਰ 'ਚ ਘੁੰਮਦੀ ਪਈ ਆ ਪੈਸੇ ਲੈਣ ਦੇਣ ਦੀ ਗੱਲ। ਉਹਨੂੰ ਕਹਿੰਦੇ ਨਹੀਂ ਜੀ ਇਹ ਬਿਲਕੁਲ ਠੀਕ ਹੈ ਜੀ, ਇਹ ਦੁੱਧ ਤੋਂ ਤਾਂ ਆਪਾਂ ਇਸ ਤੇ ਗੱਲ ਨਹੀਂ ਕਰ ਸਕਦੇ। ਸੋ ਉਹਨਾਂ ਦੇ ਪੈਮਾਨੇ ਗਲਤ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਬਾਰ-ਬਾਰ ਇਹ ਵੀ ਕਿਹਾ ਕਿ ਮਾਈਨਿੰਗ ਨੂੰ ਲੈ ਕੇ ਅਸੀਂ ਕੰਟਰੋਲ ਕਰ ਰਹੇ ਨੇ। ਇੱਕ ਸਟੇਟਮੈਂਟ ਹਾਈ ਕੋਰਟ ਨੇ ਹਾਲਾਂਕਿ ਫਿਲਹਾਲ ਜਿੱਥੇ ਵੀ ਮਾਈਨਿੰਗ ਹੋ ਰਹੀ ਹੈ ਉਸ ਤੇ ਰੋਕ ਲਗਾਈ ਹੋਈ ਹੈ। ਦੂਜੇ ਪਾਸੇ ਜਿਹੜੇ ਰਾਜਪਾਲ ਨੇ ਉਹਨਾਂ ਦਾ ਵਿਵਾਦ ਵੀ ਤੁਸੀਂ ਦੇਖ ਰਹੇ ਹੋ ਕਿ ਮੁੱਖ ਮੰਤਰੀ ਦੇ ਨਾਲ ਜਿਹੜਾ ਜਿਸ ਤਰੀਕੇ ਦੇ ਨਾਲ ਵਿਵਾਦ ਉਹਨਾਂ ਦਾ ਚੱਲ ਰਿਹਾ ਹੈ, ਤੇ ਰਾਜਪਾਲ ਨੇ ਵੀ ਸਵਾਲ ਚੁੱਕੇ ਸੀ, ਖਾਸ ਕਰ BSF ਜਦ ਇਹ ਕਹਿੰਦੀ ਹੈ ਕਿ ਉੱਥੇ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ। ਕਿੰਨਾ ਕਿ ਇਸ ਚੀਜ਼ ਨੂੰ ਤੁਸੀਂ ਸੀਰੀਅਸ ਮੰਨਦੇ ਹੋ? ਨਹੀਂ, ਦੇਖੋ ਪੰਜਾਬ ਦੇ ਅੰਦਰ ਅੱਜ ਐਸੀ, ਦੇਖੋ ਪਹਿਲਾਂ ਤੁਸੀਂ ਵੀ ਅਸੀਂ ਸਾਰੇ ਪੰਜਾਬ ਤੋਂ ਵਾਸਤਾ ਰੱਖਣ ਵਾਲੇ ਹਾਂ, ਕਦੀ ਐਸੇ ਹਾਲਾਤ ਬਣੇ ਸੀ ਕਿ ਫਰੌਤੀਆਂ ਮੰਗੀਆਂ ਜਾਣ, ਨਾ ਮਿਲਣ, ਬੱਚਿਆਂ ਦੇ ਕਤਲ ਕਰ ਦਿੱਤੇ ਜਾਣ। ਕੱਲ੍ਹ ਤਰਨਤਾਰਨ ਅੰਦਰ ਕਤਲ ਹੋ ਗਿਆ ਬੱਚੇ ਦਾ, ਠੀਕ ਆ, ਫਰੌਤੀ 20 ਲੱਖ ਦੀ ਮੰਗਣ ਉੱਤੇ, ਤੇ ਮਾਨ ਸਰਕਾਰ ਗਰਬੇ ਕਰ ਰਹੀ ਸੀਗੀ ਗੁਜਰਾਤ 'ਚ ਜਾ ਕੇ। ਹੁਣ ਤੁਸੀਂ ਦੱਸੋ ਇਹੋ ਜਿਹੇ ਵੇਲੇ ਨੈਸ਼ਨਲ ਸਿਕਿਉਰਿਟੀ ਨੂੰ ਇਸ ਤੋਂ ਵੱਡੀ ਥ੍ਰੈਟ ਕੀ ਹੋਣਗੀਆਂ? ਗੈਂਗਸਟਰਸ ਜਿਹੜੇ ਨੇ ਖੁੱਲ੍ਹੇਆਮ ਘੁੰਮ ਰਹੇ ਨੇ, ਜੇਲ੍ਹਾਂ ਤੋੜ ਕੇ ਭੱਜ ਰਹੇ ਨੇ, DSP ਆਪਣੇ ਘਰਾਂ 'ਚ ਸਵਾ ਰਹੇ ਨੇ, ਔਰ ਇਹ ਕਹਿ ਰਹੀ ਆ ਜੀ ਕਿ ਅਸੀਂ ਬਦਲਾਵ ਲੈ ਕੇ ਆ ਰਹੇ ਹਾਂ। ਉਹ ਬਦਲਾਵ ਹੈਗਾ ਕਿੱਥੇ ਆ? ਰੋਜ਼ ਲੋਕ ਮਾਰੇ ਜਾਂਦੇ ਨੇ। ਸੋ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਕਿਸੇ ਵੀ ਸਰਕਾਰ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਔਰ ਅਰਵਿੰਦ ਕੇਜਰੀਵਾਲ ਜੀ ਦੀ 4 ਗਵਰਨਰਾਂ ਨਾਲ ਲੜਾਈ ਰਹੀ ਆ,
ਹੁਣ ਉਹੀ ਕੰਮ ਭਗਵੰਤ ਮਾਨ ਜੀ ਨੂੰ ਉਹਨਾਂ ਨੇ ਲਾ ਦਿੱਤਾ ਹੈ। ਭਗਵੰਤ ਮਾਨ ਇੱਕ ਅੱਛੇ ਆਦਮੀ ਨੇ, ਇੱਕ ਨੇਕ ਆਦਮੀ ਨੇ, ਉਹਨਾਂ ਦੇ ਇਰਾਦੇ ਨੇਕ ਨੇ, ਪਰ ਉਹਨਾਂ ਦੀ ਚੱਲ ਹੀ ਨਹੀਂ ਰਹੀ, ਉਹਨਾਂ ਦੇ ਵੱਸ ਹੀ ਨਹੀਂ ਹੈਗਾ ਕੁਛ ਵੀ। ਇਸ ਕਰਕੇ ਗਵਰਨਰਾਂ ਨਾਲ ਲੜਾਈ ਲੜਨੀ, ਕੇਂਦਰ ਸਰਕਾਰ ਨਾਲ ਲੜਾਈ ਲੜਨੀ, ਇਹੀ ਇੱਕ ਅਰਵਿੰਦ ਕੇਜਰੀਵਾਲ ਜੀ ਨੂੰ ਕੰਮ ਆਉਂਦਾ, ਇਸੇ ਕੰਮੇ ਲਾਈ ਰੱਖਦੇ ਸਾਰਿਆਂ ਨੂੰ। ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀ ਰਹੇ ਨੇ, ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਸਟੇਟਮੈਂਟ ਆਈ ਹੈ, ਉਹ ਐਲੀਗੇਸ਼ਨਸ ਲਾ ਰਹੇ ਨੇ ਕਿ ਤਿਹਾੜ ਜੇਲ੍ਹ ਦੇ ਵਿੱਚ ਜਿਹੜੇ ਗੈਂਗਸਟਰਸ ਨੇ ਉਹ ਅਰਵਿੰਦ ਕੇਜਰੀਵਾਲ ਦੀ ਸ਼ਹਿ ਤੇ ਕੰਮ ਕਰਦੇ ਨੇ, ਤੇ ਡੀਜੀਪੀ ਦੀ ਜਿਹੜੀ ਇਸ ਵਿੱਚ ਜਾਂਚ ਹੋਣੀ ਚਾਹੀਦੀ ਹੈ, ਡੀਜੀਪੀ ਜੇਲ੍ਹ ਦੀ। ਨਹੀਂ ਹੋਣੀ ਚਾਹੀਦੀ, ਕਿਉਂਕਿ ਤਿਹਾੜ ਜੇਲ੍ਹ ਜਿਹੜੀ ਆ ਉਹ ਦਿੱਲੀ ਸਰਕਾਰ ਦੇ ਕੋਲ ਆ। ਹੁਣ ਇੱਥੇ ਏਡੇ ਏਡੇ ਵੱਡੇ ਬਿਸ਼ਨੋਈ ਵਰਗੇ ਗੈਂਗਸਟਰਸ ਇੱਥੇ ਰਹਿ ਰਹੇ ਸੀ, ਅੰਦਰੋਂ ਬਹਿ ਕੇ ਆਪਰੇਟ ਕਰ ਰਹੇ ਸੀ, ਕਿਵੇਂ ਕਰ ਰਹੇ ਸੀ? ਬਹੁਤ ਵੱਡਾ ਸਵਾਲ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਣਾ, ਇੱਕ ਇਹੋ ਜਿਹੀ ਯੰਗਸਟਰਸ ਦਾ ਇਸ ਦੁਨੀਆ ਤੋਂ ਚਲੇ ਜਾਣਾ, ਏਡੇ ਵੱਡਾ ਸਟਾਰਡੋਮ ਜਿਹਦਾ ਦੁਨੀਆ 'ਚ ਉਹਨੇ ਪੰਜਾਬੀਅਤ ਦਾ ਨਾਮ ਖੱਟਿਆ, ਉਸ ਬੰਦੇ ਦਾ ਕੇਵਲ ਇਸ ਕਰਕੇ ਜਾਨ ਚਲੇ ਜਾਏ ਕਿਉਂਕਿ ਆਮ ਆਦਮੀ ਪਾਰਟੀ VIP ਕਲਚਰ ਦੇ ਢੋਂਗ ਰਚਣਾ ਚਾਹੁੰਦੀ ਆ, ਔਰ ਉਹਨਾਂ ਦੀ ਸਿਕਿਉਰਿਟੀ ਵਾਪਸ ਕਰਕੇ ਫੋਟੋਆਂ ਪਾਈਆਂ, ਔਰ ਗੈਂਗਸਟਰ ਦਿੱਲੀ ਤੁਹਾਡੀ ਜੇਲ੍ਹ 'ਚ ਬੈਠਾ ਗੈਂਗਸਟਰ ਆ, ਉਹ ਉੱਥੇ ਆਰਡਰ ਦੇ ਕੇ ਬੰਦੇ ਮਰਵਾ ਰਿਹਾ, ਔਰ ਆਮ ਆਦਮੀ ਪਾਰਟੀ ਉਸ ਦਿੱਲੀ ਜੇਲ੍ਹ ਦੇ ਖਿਲਾਫ ਕੁਝ ਕਾਰਵਾਈ ਨਹੀਂ ਕਰ ਰਹੀ। ਇਟ ਮੀਨਸ ਤੁਸੀਂ ਜਾਂ ਤਾਂ ਉਹਨਾਂ ਨਾਲ ਮਿਲੇ ਹੋਏ ਜੇ ਜਾਂ ਉਹਨਾਂ ਤੋਂ ਪੈਸੇ ਦਾ ਲੈਣ ਦੇਣ ਕਰ ਰਹੇ ਜੇ। ਲੇਕਿਨ ਜੇਲ੍ਹਾਂ ਅੰਦਰ ਤਾਂ ਹੱਲੇ ਵੀ ਫੋਨ ਆ ਰਹੇ ਨੇ ਲੋਕਾਂ ਨੂੰ, ਖਾਸ ਕਰ ਬਠਿੰਡਾ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਪ੍ਰਦਰਸ਼ਨ ਕੀਤਾ, ਖਾਸ ਤੌਰ ਤੇ ਕਿਹਾ ਕਿ ਸਾਨੂੰ ਰੋਜ਼ ਫੋਨ ਆ ਰਹੇ ਨੇ ਜੇਲ੍ਹਾਂ ਵਿੱਚੋਂ ਤੇ ਪੈਸੇ ਮੰਗੇ ਜਾ ਰਹੇ ਨੇ। ਦੇਖੋ ਇੱਕ ਗੱਲ ਬੜੀ ਆਪਾਂ ਨੂੰ ਜਾਣਨ ਦੀ ਲੋੜ ਆ, ਇਹ ਦੋਵੇਂ ਜੇਲ੍ਹਾਂ ਜਿਨ੍ਹਾਂ 'ਚੋਂ ਫੋਨ ਜਾ ਰਹੇ ਕੇਵਲ ਦੋ ਹੀ ਸਟੇਟ ਨੇ। ਇੱਕ ਦਿੱਲੀ ਦੀ ਤਿਹਾੜ ਜੇਲ੍ਹ ਜਿਹੜੀ ਆਮ ਆਦਮੀ ਪਾਰਟੀ ਕੋਲ ਆ, ਦੂਜੀ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਆਮ ਆਦਮੀ ਪਾਰਟੀ ਕੋਲ ਆ। ਤੁਸੀਂ ਦੇਖੋ ਕਿਸੇ ਹੋਰ ਜੇਲ੍ਹ 'ਚੋਂ ਫੋਨ ਨਹੀਂ ਆ ਰਿਹਾ। ਕੋਈ ਕਿਸੇ ਨੇ ਸੁਣਿਆ ਕਿ ਯੂਪੀ ਦੀ ਜੇਲ੍ਹ 'ਚੋਂ ਗੈਂਗਸਟਰ ਦਾ ਫੋਨ ਆਇਆ ਹੋਵੇ, ਬਿਹਾਰ ਦੀ ਜੇਲ੍ਹ 'ਚੋਂ ਆਇਆ ਹੋਵੇ, ਉੱਤਰਾਖੰਡ ਦੀ ਜੇਲ੍ਹ 'ਚੋਂ ਆਇਆ ਹੋਵੇ, ਗੋਆ ਦੀ ਜੇਲ੍ਹ 'ਚੋਂ ਆਇਆ ਹੋਵੇ, ਮਹਾਰਾਸ਼ਟਰ ਜੇਲ੍ਹ 'ਚੋਂ ਆਇਆ ਹੋਵੇ, ਮੱਧ ਪ੍ਰਦੇਸ਼ ਦੀ ਜੇਲ੍ਹ 'ਚੋਂ ਆਇਆ ਹੋਵੇ? ਨਹੀਂ। ਹਰਿਆਣਾ ਨਾਲ ਉਹਦੀ ਜੇਲ੍ਹ 'ਚੋਂ ਆਇਆ ਹੋਵੇ? ਨਹੀਂ। ਪੰਜਾਬ ਦੀਆਂ ਜੇਲ੍ਹਾਂ ਤੋਂ ਹੀ ਔਰ ਦਿੱਲੀ ਦੀਆਂ ਜੇਲ੍ਹਾਂ ਤੋਂ ਹੀ ਕਿਉਂ ਫੋਨ ਜਾ ਰਹੇ ਨੇ ਜਿੱਥੇ ਆਮ ਆਦਮੀ ਪਾਰਟੀ ਕੋਲ ਜੇਲ੍ਹਾਂ ਨੇ? ਇਹ ਬਹੁਤ ਵੱਡਾ ਸਵਾਲ ਆ। ਦੂਜੇ ਪਾਸੇ ਅਸੀਂ ਆਏ ਦਿਨ ਦੇਖ ਰਹੇ ਹਾਂ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ, ਚਾਹੇ ਉਹ ਡਰੋਨ ਰਾਹੀਂ ਹਥਿਆਰ ਜਾਂ ਫਿਰ ਡਰੱਗਸ ਦੀ ਸਮਗਲਿੰਗ ਹੋਵੇ ਜਾਂ ਫਿਰ ਰੋਜ਼ਾਨਾ ਫਿਰੌਤੀ ਦੀ ਗੱਲ ਹੋਵੇ। ਜਿਹੜੇ ਗੈਂਗਸਟਰਵਾਦ ਹੈ ਉਹ ਲਗਾਤਾਰ ਵਧ ਰਿਹਾ। ਗੈਂਗ ਵਾਰ ਦੀ ਆਸ਼ੰਕਾ ਸੈਂਟਰਲ ਏਜੰਸੀ ਕਈ ਵਾਰ ਸੁਚੇਤ ਕਰ ਚੁੱਕੀ ਹੈ ਪੰਜਾਬ ਪੁਲਿਸ ਨੂੰ ਕਿ ਕੋਈ ਵੀ ਹਮਲਾ ਕਦੇ ਵੀ ਹੋ ਸਕਦਾ ਹੈ, ਤੇ ਪੰਜਾਬ ਅਸੀਂ ਸਾਰੇ ਜਾਣਦੇ ਕਿ ਸੈਂਸਿਟਿਵ ਸਟੇਟ ਹੈ, ਬਾਰਡਰ ਸਟੇਟ ਹੈ। ਅਜਿਹੇ ਦੇ ਵਿੱਚ ਹੋਰ ਨਵੇਂ ਚੈਲੰਜਸ ਵੀ ਸਾਹਮਣੇ ਆ ਰਹੇ ਹਨ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨੇ ਇਨ ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਜਿਹੜੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ, ਤੇ ਸਿਮਰਨਜੀਤ ਸਿੰਘ ਮਾਨ MP ਉਹ ਵੀ ਲਗਾਤਾਰ ਖਾਲਿਸਤਾਨ ਦੀ ਗੱਲ ਕਰਦੇ ਹੈ। ਇਹਨਾਂ ਸਾਰੀ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਤੇ ਸਰਕਾਰ ਕੀ ਡੀਲ ਕਰਨ ਦੇ ਵਿੱਚ ਕਿੰਨੀ ਕੀ ਸਹੀ ਹੈ ਜਾਂ ਡੀਲ ਕਰ ਰਹੀ ਹੈ? ਨਹੀਂ, ਸਰਕਾਰ ਅਨਾੜੀ ਆ, ਡੀਲ ਨਹੀਂ ਕਰ ਪਾ ਰਹੀ। ਅਗਰ ਇਸਟੈਬਲਿਸ਼ ਲੀਡਰਸ਼ਿਪ ਹੋਵੇ, ਮਜ਼ਬੂਤ ਲੀਡਰਸ਼ਿਪ ਹੋਵੇ, ਫਿਰ ਐਸੇ ਹਾਲਾਤ ਨਹੀਂ ਪੰਜਾਬ ਦੇ ਬਣਦੇ। ਅੱਜ ਜਿਹੜੀ ਫਿਰਕਾਵਾਦ ਦੀ ਗੱਲ ਦੁਬਾਰਾ ਤੋਂ ਸ਼ੁਰੂ ਹੋ ਗਈ, ਦੇਸ਼ ਤੋੜੋ ਦੀ ਗੱਲ ਦੁਬਾਰਾ ਤੋਂ ਸ਼ੁਰੂ ਹੋ ਗਈ, ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੈਗਾ, ਕਿਉਂਕਿ ਭਗਵੰਤ ਮਾਨ ਜੀ ਇਹ ਮੰਨਣਾ ਹੀ ਨਹੀਂ ਚਾਹੁੰਦੇ। ਦੇਖੋ, ਜਦੋਂ ਤੱਕ ਤੁਸੀਂ ਮਾਸਟਰ ਤਾਰਾ ਸਿੰਘ ਜੀ ਇੱਕ ਗੱਲ ਕਿਹਾ ਕਰਦੇ ਸੀ, ਗਲਤੀ ਮੰਨਣ ਨਾਲ ਅੱਧੀ ਪਹਿਲਾਂ ਹੀ ਠੀਕ ਹੋ ਜਾਂਦੀ ਆ। ਜਦੋਂ ਤੁਸੀਂ ਮੰਨ ਲਿਆ ਗਲਤੀ ਆ ਤੇ ਅੱਧੀ ਤਾਂ ਉਦੋਂ ਹੀ ਠੀਕ ਹੋ ਗਈ, ਕਿਉਂਕਿ ਹੁਣ ਤੁਸੀਂ ਬਾਕੀ ਠੀਕ ਕਰ ਦੋਗੇ ਇਹਨੂੰ। ਭਗਵੰਤ ਮਾਨ ਜੀ ਇਸ ਗੱਲ ਨੂੰ ਮੰਨਣ ਨੂੰ ਹੀ ਤਿਆਰ ਨਹੀਂ। ਪੰਜਾਬ ਦੇ ਹਾਲਾਤ ਮਾੜੇ ਨੇ, ਪੰਜਾਬ ਉਹਦੇ ਕਰਕੇ ਦਿਨ ਦਿਨ ਹੋਰ ਵੱਧਦੇ ਜਾ ਰਹੇ ਨੇ। ਅਗਰ ਉਹ ਪਹਿਲਾਂ ਐਡਮਿਟ ਕਰਨ ਕਿ ਪੰਜਾਬ ਦੇ ਹਾਲਾਤ ਸਾਡੇ ਆਉਣ ਨਾਲ ਵਿਗੜ ਗਏ ਨੇ, ਅਸੀਂ ਇਹਨੂੰ ਕੰਟਰੋਲ ਕਰਾਂਗੇ, ਠੀਕ ਕਰਾਂਗੇ, ਅਸੀਂ ਵੀ ਨਵੇਂ ਆਏ ਹਾਂ, ਸਾਨੂੰ ਵੀ ਟਾਈਮ ਚਾਹੀਦਾ, ਅਸੀਂ ਐਗਰੀਡ ਹਾਂ, ਲੇਕਿਨ ਉਹ ਪਹਿਲਾਂ ਇਸ ਮੰਸ਼ਾ ਨਾਲ ਤੇ ਗੱਲ ਕਰਨ। 400 ਕਰੋੜ ਰੁਪਏ ਅਖਬਾਰਾਂ 'ਚ ਐਡ ਇਸ ਗੱਲ ਤੇ ਦੇਤੀ ਪੰਜਾਬ ਸਵਰਗ ਬਣ ਗਿਆ। ਦੇਖੋ ਹੁਣ 400 ਕਰੋੜ ਦੀ ਅਖਬਾਰਾਂ 'ਚ ਐਡ ਦਿੱਤਾ ਤਾਂ ਸਵਰਗ ਨਹੀਂ ਬਣ ਜਾਏਗਾ, ਸਵਰਗ ਤੇ ਕੰਮਾਂ ਨਾਲ ਹੀ ਬਣੇਗਾ। ਸੋ ਇਹ ਜਿਹੜੀ ਉਹਨਾਂ ਦੀ ਮੰਸ਼ਾ ਹੈ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਉਹ ਪੰਜਾਬੀ ਹੋਣ ਦੇ ਨਾਤੇ ਮਹਿਸੂਸ ਕਰ ਰਹੇ ਨੇ, ਲੇਕਿਨ ਉਹ ਬੇਵੱਸ ਨੇ ਅਰਵਿੰਦ ਕੇਜਰੀਵਾਲ ਜੀ ਦੇ ਅੱਗੇ। ਪੰਜਾਬ ਇਸ ਕਰਕੇ ਆਊਟ ਆਫ ਕੰਟਰੋਲ ਹੁੰਦਾ ਜਾ ਰਿਹਾ ਹੈ। ਔਰ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਾਂ, ਮੇਰੀ ਗੱਲ ਤੁਸੀਂ ਯਾਦ ਕਰ ਲਿਓ, ਜੋ ਮੈਂ ਪੰਜਾਬ ਦੇ ਹਾਲਾਤ ਦੇਖ ਰਿਹਾ ਹਾਂ, ਇਹ ਬਹੁਤ ਮਾੜੇ ਵਾਲੇ ਪਾਸੇ ਜਾ ਰਹੇ ਨੇ, ਔਰ ਇਹਨਾਂ ਨੂੰ ਕੋਈ ਸੁਚੇਤ ਨਹੀਂ ਹੋ ਰਿਹਾ, ਕੋਈ ਇਹਨਾਂ ਨੂੰ ਠੀਕ ਕਰਨਾ ਨਹੀਂ ਚਾਹ ਰਿਹਾ। ਹਰ ਕੋਈ ਆਪਣੀ ਸਿਰਫ ਇੱਕ ਹੀ ਕ੍ਰੈਡਿਟ ਲੈਣਾ ਚਾਹ ਰਿਹਾ ਕਿ ਅਸੀਂ ਸਭ ਕੁਝ ਠੀਕ ਹੈ, ਇਹਦੀ ਗੱਲ ਹੀ ਨਾ ਕਰੋ। ਜਦੋਂ ਤੁਸੀਂ ਇਹ ਗੱਲ ਕਰਦੇ ਜੇ ਕੈਂਸਰ ਦੀ ਬਿਮਾਰੀ ਨੂੰ ਵੀ ਜੇ ਤੁਸੀਂ ਨਹੀਂ ਠੀਕ ਕਰਕੇ ਕਹੀ ਜਾਓਗੇ ਠੀਕ ਆ, ਸਰੀਰ ਠੀਕ ਆ, ਤਾਂ ਇੱਕ ਦਿਨ ਸਾਰੀ ਕੈਂਸਰ ਸਰੀਰ ਨੂੰ ਖਾ ਜਾਂਦੀ ਹੈ। ਇਹ ਕੈਂਸਰ ਦੀ ਬਿਮਾਰੀ ਹੁੰਦੀ ਆ, ਜਿਹੜਾ ਕ੍ਰਾਈਮ ਆ, ਇਹ ਜੇ ਤੁਸੀਂ ਇੱਥੇ ਨਹੀਂ ਸੁਚੇਤ ਹੋਗੇ, ਤੁਹਾਡੇ ਮੁਲਕ ਤੁਹਾਡੇ ਸੂਬੇ ਨੂੰ ਖਾ ਜਾਊਗਾ। ਕਿ ਜਿਹੜੀ ਸੈਂਟਰਲ BJP ਹੈ, ਜਿਹੜੀ ਇੱਥੇ ਹਾਈਕਮਾਨ ਬੈਠੀ, ਉਹਨਾਂ ਨੂੰ ਹੈ ਇਸ ਚੀਜ਼ ਦਾ ਅੰਦੇਸ਼ਾ, ਕੁਝ ਕਰ ਰਹੇ ਇਸ ਵਾਸਤੇ? ਦੇਖੋ ਹੁਣ ਸਟੇਟ ਦੇ ਅੰਦਰ ਤੇ BJP ਕਿਵੇਂ ਇੰਟਰਵੀਨ ਕਰ ਸਕਦੀ ਹੈ? ਇੰਡੀਪੈਂਡੈਂਟ ਸਟੇਟ ਆ, ਅਸੀਂ ਉਹਨਾਂ ਨੂੰ ਇਹ ਤਾਂ ਨਹੀਂ ਕਹਿ ਸਕਦੇ ਨਾ, ਪਰ ਇਹ ਤਾਂ ਭਗਵੰਤ ਮਾਨ ਜੀ ਨੂੰ ਬਾਰ-ਬਾਰ ਏਜੰਸੀਆਂ ਦੇ ਮਾਧਿਅਮ ਤੋਂ ਅਗਾਹੀ ਕੀਤਾ ਜਾ ਸਕਦਾ ਕਿ ਤੁਹਾਡੇ ਸੂਬੇ 'ਚ ਸਭ ਕੁਝ ਹੋ ਰਿਹਾ ਹੈ। ਹੁਣ ਜਾ ਕੇ ਤੇ ਠੀਕ ਤੇ ਕੀਤਾ ਨਹੀਂ ਜਾ ਸਕਦਾ, ਉਹ ਤੇ ਕੇਂਦਰ ਸਰਕਾਰ ਨਹੀਂ ਕਰ ਸਕਦੀ ਹੈਗੀ, ਔਰ ਹੋਣਾ ਵੀ ਨਹੀਂ ਚਾਹੀਦਾ। ਆਖਰ ਉਹਨਾਂ ਦੇ ਇੰਡੀਪੈਂਡੈਂਟ ਸਟੇਟ ਆ, ਲੋਕਾਂ ਨੂੰ ਚੁਣ ਕੇ ਭੇਜਿਆ, ਉਹਨਾਂ ਦਾ ਅਧਿਕਾਰ ਆ, ਲੇਕਿਨ ਅਸੀਂ ਤੁਹਾਨੂੰ ਸੁਚੇਤ ਕਰ ਸਕਦੇ ਹਾਂ, ਜਿਹੜੀ ਕਿ ਟਾਈਮ ਟੂ ਟਾਈਮ ਸਰਕਾਰ ਕਰ ਰਹੀ ਹੈ। ਗ੍ਰਹਿ ਮੰਤਰੀ ਜੀ ਵੀ ਸੁਚੇਤ ਕਰ ਚੁੱਕੇ ਨੇ। ਸਿਰਸਾ ਜੀ, ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੀ ਵੀਡੀਓਜ਼ ਦੇਖਦੇ ਹੋਣੇ, ਲੋਕੀ ਕੰਪੇਅਰ ਕਰ ਰਹੇ ਨੇ ਸੰਤ ਭਿੰਡਰਾਂਵਾਲੇ ਜੀ ਦੇ ਨਾਲ। ਦੇਖੋ ਜੀ, ਹੁਣ ਮੈਂ ਤਾਂ ਨਹੀਂ ਕਹਿ ਸਕਦਾ ਇੱਥੇ ਕਿਉਂ ਕੰਪੇਅਰ ਕਰ ਰਹੇ ਨੇ, ਪਰ ਮੈਂ ਇੱਕ ਗੱਲ ਜਾਣਦਾ ਹਾਂ ਕਿ ਅੱਜ ਆਪਾਂ ਨੇ ਯੂਥ ਨੂੰ
ਐਨਰਜਿਟੀ ਜਿਹੜੀ ਉਹਦੀ ਐਨਰਜੀ ਆ ਨਾ ਉਹਨੂੰ ਚੰਗੇ ਪਾਸੇ ਲਾਉਣ ਦੀ ਲੋੜ ਆ। ਯੂਥ ਨੂੰ ਕਲਮ ਦੇਣ ਦੀ ਲੋੜ ਆ। ਯੂਥ ਦੇ ਹੱਥੋਂ ਜਿਹੜੇ ਬੰਦੂਕਾਂ ਔਰ ਮਾਰ ਧਾੜਾ ਜਕਾਰੇ ਨਾਅਰੇ ਔਰ ਜਕਾਰਿਆਂ ਤੋਂ ਨਿਕਲ ਕੇ ਸਿੱਖਿਆ ਵਾਲੇ ਪਾਸੇ ਲਿਜਾਉਣ ਦੀ ਲੋੜ ਆ। ਮੁਲਕ ਬਹੁਤ ਅੱਗੇ ਉਹੀ ਵੱਧ ਰਹੇ ਨੇ ਜਿਹੜੇ ਸਿੱਖਿਅਤ ਹੋ ਰਹੇ ਨੇ। ਅੱਜ ਦੇਸ਼ ਦੇ ਦੁਨੀਆ ਦੇ ਅੰਦਰ ਸਿੱਖਿਆ ਦਾ ਬੋਲਬਾਲਾ ਹੈ। ਅੱਜ ਦੁਨੀਆ ਦੇ ਅੰਦਰ ਪੀਸ ਦਾ ਬੋਲਬਾਲਾ ਹੈ। ਅੱਜ ਦੁਨੀਆ ਦੇ ਅੰਦਰ ਯਹੂਦੀ ਕਿਉਂ ਕਾਮਯਾਬ ਨੇ? ਕਿਉਂਕਿ ਉਹਨਾਂ ਨੇ ਆਰਥਿਕ ਤਰੱਕੀ ਜਿਹੜੀ ਬਹੁਤ ਕਰ ਲਈ ਔਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਕੇ ਆਰਥਿਕ ਤਰੱਕੀ ਵਾਲੇ ਪਾਸੇ ਤੋਰਿਆ। ਮੈਂ ਸਮਝਦਾ ਹਾਂ ਕਿ ਸਾਡੇ ਬੱਚੇ ਦੁਬਾਰਾ ਉਸ ਕਾਲੇ ਦੌਰ 'ਚ ਨਾ ਜਾਣ। ਇਹਦੇ ਵਾਸਤੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜਿਹੜਾ ਵੀ ਐਸਾ ਗੱਲ ਕਰਦਾ ਪਿਆ ਉਹ ਗਲਤ ਕਰਦਾ ਪਿਆ ਉਹਨੂੰ ਜ਼ਰੂਰ ਵਿਚਾਰਨਾ ਚਾਹੀਦਾ ਕਿ ਲੋਕਾਂ ਦੇ ਬੱਚੇ ਨਾ ਮਰਵਾਓ। ਇਹ ਚੰਗੀ ਗੱਲ ਨਹੀਂ ਹੈਗੀ। ਮੈਂ ਤਾਂ ਇਹ ਬੇਨਤੀ ਕਰ ਸਕਦਾ। ਸੋ ਮੇਰਾ ਖਿਆਲ ਹੈ ਕਿ ਜ਼ਰੂਰ ਇਹ ਸਭ ਨੂੰ ਸੋਚਣਾ ਔਰ ਵਿਚਾਰਨ ਦੀ ਲੋੜ ਔਰ ਮਾਂ ਬਾਪ ਨੂੰ ਵੀ ਵਿਚਾਰਨਾ ਚਾਹੀਦਾ ਹੈ ਕਿ ਬੱਚੇ ਜਿਸ ਰਾਹ ਜਾ ਰਹੇ ਨੇ ਉਹ ਰਾਹ ਠੀਕ ਆ। ਜੇ ਉਹ ਰਾਹ ਪੰਜਾਬ ਨੂੰ ਤਬਾਹੀ ਵਾਲੇ ਪਾਸੇ ਲੈ ਕੇ ਜਾ ਰਿਹਾ ਤਾਂ ਉਹ ਚੰਗੀ ਗੱਲ ਨਹੀਂ ਹੈਗੀ। 40,000 ਲੋਕਾਂ ਨੂੰ ਪਹਿਲਾਂ ਮਰਵਾ ਲਿਆ, ਕੀ ਖੱਟਿਆ? ਨਾਅਰੇ ਤੇ ਜਕਾਰੇ ਹੀ ਲਾਉਂਦੇ ਰਹੇ। ਮੈਂ ਇੱਕ ਮੋਡਰੇਟ ਸੋਚ ਦਾ ਆਦਮੀ, ਮੈਂ ਆਪਣੀ ਸੋਚ ਦਾ ਇਜ਼ਹਾਰ ਜ਼ਰੂਰ ਕਰ ਰਿਹਾ। ਕਿਸੇ ਨੂੰ ਚੰਗਾ ਲੱਗ ਸਕਦਾ, ਕਿਸੇ ਨੂੰ ਮਾੜੀ ਲੱਗ ਸਕਦੀ, ਪਰ ਮੈਂ ਮੰਨਦਾ ਹਾਂ ਕਿ ਮੇਰੇ ਪੰਜਾਬ ਦੇ ਨੌਜਵਾਨ ਜਿਹੜੇ ਉਹ ਚੰਗੇ ਪਾਸੇ ਚੱਲਣ, ਉਹਨਾਂ ਦੇ ਬੱਚੇ ਤਰੱਕੀਆਂ ਕਰਨ, ਉਹ ਕਾਮਯਾਬੀਆਂ ਦੇ ਸ਼ਿਖਰਾਂ 'ਤੇ ਪਹੁੰਚਣ ਔਰ ਤਾਂ ਹੀ ਸਾਡੀ ਸਿੱਖ ਕੌਮ ਦੀ ਸ਼ਾਨ ਵੱਧਦੀ ਆ। ਲੋਕਾਂ ਨੂੰ ਮਾਰ ਦਿਓ, ਮਰਵਾ ਦਿਓ, ਇਹਦੇ ਨਾਲ ਕੌਮ ਦੀ ਬਦਨਾਮੀ ਹੁੰਦੀ ਆ ਔਰ ਦੁਨੀਆ ਭਰ 'ਚ ਅਸੀਂ ਛੂਤ ਅਛੂਤ ਮੰਨੇ ਜਾਵਾਂਗੇ। ਲੋਕ ਸਾਡੇ ਕੋਲ ਨਹੀਂ ਆਉਣਗੇ। ਔਰ 80 ਦੇ ਦਸ਼ਕ ਅੰਦਰ ਜਹਾਜ਼ਾਂ ਚੜ੍ਹਦੇ ਸਨ, ਲੋਕ ਐਂ ਘੂਰ ਕੇ ਵੇਖਦੇ ਸੀ ਵੀ ਇਹ ਦੇਖ ਲਓ ਕਿਤੇ ਜਹਾਜ਼ ਸੇਫ ਹੈਗਾ ਹੈ। ਔਰ 80 ਤੋਂ ਪਹਿਲਾਂ ਅਸੀਂ ਟ੍ਰੇਨ ਜਹਾਜ਼ ਚੜ੍ਹਦੇ ਸਾਂ, ਲੋਕ ਕਹਿੰਦੇ ਸਭ ਤੋਂ ਸੇਫ ਇਹ ਹੈਗੇ ਆ ਕਿਉਂਕਿ ਸਿੱਖ ਅੰਦਰ ਬੈਠਾ ਹੈ। ਸੋ ਸਾਨੂੰ ਜ਼ਰੂਰ ਵਿਚਾਰਨ ਦੀ ਲੋੜ ਹੈ ਕਿ ਅਸੀਂ ਉਸ ਰਸਤੇ 'ਤੇ ਨਹੀਂ ਜਾ ਰਹੇ। ਇੱਕ SGPC ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦਾ ਵਿਵਾਦ ਵੀ ਕਾਫੀ ਲੰਬਾ ਜਿਹੜਾ ਹੈ ਖਿੱਚਦਾ ਜਾ ਰਿਹਾ। ਹਾਲਾਂਕਿ ਰਿਵਿਊ ਪਟੀਸ਼ਨ ਪਾਉਣ ਦੀ ਗੱਲ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ। ਕਿਸ ਤਰੀਕੇ ਨਾਲ ਦੇਖਦੇ ਹੋ ਇਸ ਵਿਵਾਦ ਨੂੰ? ਦੇਖੋ, ਉਹ ਤਾਂ ਵਿਵਾਦ ਬੇਲੋੜਾ ਵਿਵਾਦ ਆ, ਜ਼ਬਰਦਸਤੀ ਬਣਾਇਆ ਵਿਵਾਦ ਆ, ਅਨਨੈਸੈਸਰਲੀ ਪੋਲੀਟੀਕਲ ਗਰਾਊਂਡਸ ਨੂੰ ਗੇਨ ਕਰਨ ਵਾਸਤੇ ਬਣਾਇਆ ਵਿਵਾਦ ਹੈ। ਪੰਜਾਬ ਦੇ ਸਿੱਖ ਵੀ ਸਿੱਖ ਨੇ, ਹਰਿਆਣਾ ਦੇ ਸਿੱਖ ਵੀ ਉਸੇ ਤਰ੍ਹਾਂ ਸਿੱਖ ਨੇ। ਇਹ ਕਹਿਣਾ ਗਲਤ ਹੋਊਗਾ ਕਿ ਇਹਨਾਂ ਦੇ ਸਿੱਖਾਂ ਨੂੰ ਅਧਿਕਾਰ ਅਸੀਂ ਨਹੀਂ ਲੈਣ ਦਿਆਂਗੇ ਔਰ ਅਸੀਂ ਡਾਂਗਾ ਸੋਟੇ ਲੈ ਕੇ ਤੇ ਇਹਨਾਂ ਨਾਲ ਲੜਾਂਗੇ। ਇਹ ਗਲਤ ਗੱਲ ਹੈਗੀ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇੱਕ ਵੱਖਰੀ ਬੋਡੀ ਆ ਔਰ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਯੋਗਦਾਨ ਇਸ ਨੂੰ ਬਣਾਉਣ ਵਾਸਤੇ। ਕਿਆ ਉਦੋਂ ਪੰਥ ਨੂੰ ਖਤਰਾ ਹੋਇਆ ਜਦੋਂ ਦਿੱਲੀ ਕਮੇਟੀ ਬਣੀ? ਬਣਵਾਈ ਕਿੰਨੇ? ਸ਼੍ਰੋਮਣੀ ਅਕਾਲੀ ਦਲ ਨੇ। ਉਹ ਬੜਾ ਵੱਡਾ ਕ੍ਰੈਡਿਟ ਆ ਉਹਨਾਂ ਨੂੰ। ਮੈਂ ਅੱਜ ਵੀ ਮੰਨਦਾ ਕਿ ਅਗਰ ਇਹਦਾ ਕ੍ਰੈਡਿਟ ਕਿਸੇ ਨੂੰ ਵਾਹਦ ਜਾਂਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਾਂਦਾ ਹੈ। ਪਟਨਾ ਸਾਹਿਬ ਦੀ ਵੱਖਰੀ ਕਮੇਟੀ ਆ, ਹਜੂਰ ਸਾਹਿਬ ਦੀ ਵੱਖਰੀ ਕਮੇਟੀ ਆ, ਅੱਜ ਪਾਕਿਸਤਾਨ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਮੱਧ ਪ੍ਰਦੇਸ਼ ਦੀ ਸੈਂਟਰਲ ਕਮੇਟੀ ਆ। ਸੋ ਇਸ ਕਰਕੇ ਸਿੱਖਾਂ ਨੂੰ ਤਾਂ ਜਿੰਨੀ ਤਾਕਤ ਮਿਲੂਗੀ ਉਹਦਾ ਲਾਭ ਆਪਣੇ ਸਿੱਖਾਂ ਨੂੰ ਹੀ ਹੋਊਗਾ। ਅੱਜ ਹਰਿਆਣਾ ਕਮੇਟੀ ਨਾਲ ਕੰਮ ਕਰੂਗੀ, ਇੱਕ ਨਾ ਇੱਕ ਦੋ ਹੋਣਗੇ। ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਰੇ ਆਪਣਾ ਜਿਹੜਾ ਸ਼੍ਰੋਮਣੀ ਮੰਨਣ, ਉਹਦੀ ਸਰਪ੍ਰਸਤੀ ਮੰਨਣ, ਇਹ ਜ਼ਰੂਰੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਾਕਤ ਸਭ ਤੋਂ ਜ਼ਿਆਦਾ ਇਸ ਕਰਕੇ ਆ ਕਿਉਂਕਿ ਉਹਨਾਂ ਦੇ ਕੋਲ 3 ਤਖਤ ਵੀ ਨੇ ਔਰ ਸਾਨੂੰ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਕਮੇਟੀ ਕੋਈ ਵੀ ਬਣੇ ਲੇਕਿਨ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ ਦੇ ਅੰਦਰ ਉਹਨਾਂ ਦੀ ਸਰਪ੍ਰਸਤੀ ਨੂੰ ਚੈਲੰਜ ਨਹੀਂ ਕਰਨਾ ਚਾਹੀਦਾ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਈਸ ਵਰਸਾ ਆਪਣੇ ਸਿੱਖਾਂ ਨੂੰ ਦਬਾਉਣਾ ਨਹੀਂ ਚਾਹੀਦਾ, ਉਹਨਾਂ ਦੇ ਹੱਕ ਨਹੀਂ ਖੋਣੇ ਚਾਹੀਦੇ। ਇਹ ਗਲਤ ਹੈ। ਪਰ ਜਿਹੜੇ ਬਲਜੀਤ ਸਿੰਘ ਦਾਦੂਵਾਲ ਨੇ, ਜਿਹੜੇ ਪ੍ਰਧਾਨ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਕਹਿੰਦੇ ਨੇ ਕਿ ਸਾਰਾ ਕੁਝ ਬਾਦਲ ਪਰਿਵਾਰ ਦੇ ਕਰਕੇ ਹੋ ਰਿਹਾ, ਉਹੀ ਸਾਰਾ ਕੁਝ ਕਰ ਰਹੇ ਨੇ। ਦੇਖੋ, ਉਹਨਾਂ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਹਾਸ਼ੀਏ 'ਤੇ ਆ ਗਈ ਆ। ਕੋਈ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਰਹੀ, ਕੋਈ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਔਰ ਸੁਣਨ ਨੂੰ ਤਿਆਰ ਹੀ ਨਹੀਂ। ਉਹਨਾਂ ਨੇ ਹੁਣ ਇਹ ਨਵਾਂ ਮੁੱਦਾ ਲੱਭਾ ਸੀ ਕਿ ਸ਼ਾਇਦ ਇਹਦੇ ਨਾਮ 'ਤੇ ਅਸੀਂ ਕੁਝ ਕਰਾਂਗੇ ਔਰ ਉਹ ਇੰਨਾ ਬੈਕਫਾਇਰ ਕੀਤਾ ਕਿ ਅੰਮ੍ਰਿਤਸਰ ਜਦੋਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚਦੇ ਆ ਅਤੇ ਉੱਥੇ ਚੰਦ ਲੋਕ ਹੀ ਰਹਿ ਜਾਂਦੇ ਨੇ। 10-20 ਲੋਕ ਹੀ, ਮੈਨੂੰ ਪਤਾ ਲੱਗਾ ਦਰਬਾਰ ਸਾਹਿਬ 20 ਲੋਕ ਹੀ ਅੰਦਰ ਗਏ ਨੇ ਜਾਂ 10 ਲੋਕ ਕੋਈ ਕਹਿ ਰਹੇ ਨੇ। ਕਿਉਂ ਆ? ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਪੰਥ ਦੇ ਨਾਮ 'ਤੇ ਚੀਜ਼ਾਂ ਨੂੰ ਵਰਤਦੇ ਜੇ। ਇੱਕ ਪਾਸੇ ਦਿੱਲੀ 'ਚ ਆ ਕੇ ਤੁਸੀਂ ਉਹਨਾਂ ਦੇ ਗਲਾਂ 'ਚ ਰੋਪੇ ਪਾ ਰਹੇ ਜਿਨ੍ਹਾਂ ਹਰਿਆਣਾ ਕਮੇਟੀ ਬਣਵਾਈ, ਜਿਨ੍ਹਾਂ 2-2 ਸੰਗਰਾਂਦਾਂ, 2-2 ਪੂਰਨਮਾਸ਼ੀਆਂ ਬਣਾ ਕੇ ਅਕਾਲ ਤਖਤ ਨੂੰ ਮੰਨਣ ਤੋਂ ਇਨਕਾਰ ਕਰਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਰੋਧ ਕੀਤਾ ਔਰ ਜਿਹੜਾ ਦਿਨ ਸ਼੍ਰੋਮਣੀ ਕਮੇਟੀ ਬਣਾਉਂਦੀ ਸੀ ਉਹਦੇ ਖਿਲਾਫ ਬਣਾਉਂਦੇ ਸੀ। ਦੂਜੇ ਪਾਸੇ ਤੁਸੀਂ ਉਸੇ ਹਰਿਆਣਾ ਕਮੇਟੀ ਦੇ ਲੋਕਾਂ ਦੀ ਗਲਾਂ 'ਚ ਰੋਪੇ ਪਾਉਣ ਤੋਂ ਬਾਅਦ ਕਹਿੰਦੇ ਜੀ ਹਰਿਆਣਾ ਦੇ ਸਿੱਖ ਮਾੜੇ ਨੇ ਜੀ, ਅਸੀਂ ਤੇ ਇਹਨਾਂ ਨੂੰ ਅਧਿਕਾਰ ਨਹੀਂ ਮਿਲਣਾ ਚਾਹੀਦਾ, ਅਸੀਂ ਇਹਨਾਂ ਦੇ ਖਿਲਾਫ ਹਾਂ। ਫਿਰ ਜੇ ਤੁਸੀਂ ਇਹਨਾਂ ਦੇ ਖਿਲਾਫ ਜੇ ਫਿਰ ਉਹਨਾਂ ਦੀ ਗੱਲ 'ਚ ਰੋਪੇ ਕਿਉਂ ਪਾ ਰਹੇ ਜਿਨ੍ਹਾਂ ਹਰਿਆਣਾ ਕਮੇਟੀ ਬਣਵਾਈ ਆ? ਸੋ ਤੁਹਾਡਾ ਸਟੈਂਡ ਪੰਥਕ ਕਿਤੇ ਨਹੀਂ ਹੈਗਾ, ਇਹ 'ਚ ਪੰਥ ਕਿਤੇ ਨਹੀਂ ਹੈਗਾ। ਇਹ 'ਚ ਤੁਹਾਡੀ ਆਪਣੀ ਕੁਰਸੀ ਦੀ ਗੱਲ ਹੋ ਰਹੀ ਆ। ਤੁਸੀਂ ਆਪਣੀ ਕੁਰਸੀ ਨੂੰ ਪੰਥ ਦਾ ਨਾਮ ਦਾ ਚੋਲਾ ਪਵਾ ਰਹੇ ਜੇ, ਉਹ ਪੰਥਕ ਚੋਲਾ ਪਵਾ ਕੇ ਆਪਣੀ ਕੁਰਸੀ ਬਚਾਉਣ ਦੀ ਗੱਲ ਕਰ ਰਹੇ ਜੇ। ਸਿੱਖ ਬਹੁਤ ਸਿਆਣੇ, ਸਿੱਖਾਂ ਨੂੰ ਸਭ ਪਤਾ। ਸਿਸਟਰ ਸਰ, ਇੰਨੇ ਲੰਬੇ ਸਮੇਂ ਤੋਂ ਤੁਸੀਂ ਰਾਜਨੀਤੀ ਦੇ ਵਿੱਚ ਵੀ ਹੋ, ਕਿੰਨਾ ਕਿ ਬਦਲਾਅ ਮਹਿਸੂਸ ਕਰਦੇ ਹੁਣ ਰਾਜਨੀਤੀ ਦੇ ਵਿੱਚ ਆ ਗਿਆ ਹੈ? ਬਹੁਤ ਜ਼ਿਆਦਾ ਬਦਲਾਅ ਦਿਨਾਂ 'ਚ ਆਉਂਦਾ ਜਾ ਰਿਹਾ ਹੈ। ਜਿਹੜਾ ਬਦਲਾਅ ਪਹਿਲਾਂ ਇੱਕ ਜਿਵੇਂ ਕਹਿ ਲਓ ਕਿ ਦਸ਼ਕ ਅੰਦਰ ਆਉਂਦਾ ਸੀ, 10 ਸਾਲਾਂ 'ਚ ਆਉਂਦਾ ਸੀ, ਅੱਜ ਕੱਲ੍ਹ 10 ਦਿਨਾਂ 'ਚ ਆ ਜਾਂਦਾ ਹੈ। ਲੋਕ ਬੜੇ ਪਰਸਨਲ ਹੋ ਗਏ ਨੇ। ਲੋਕਾਂ ਨੂੰ ਕੋਈ ਰਿਸ਼ਤਿਆਂ ਦੀ ਕਦਰ ਨਹੀਂ ਰਹੀ। ਲੋਕਾਂ ਨੂੰ ਕੋਈ ਇਸ ਗੱਲ ਦੀ ਅਹਿਸਾਸ ਹੀ ਨਹੀਂ ਹੈਗਾ
ਕਿ ਅਸੀਂ ਕਿਸ ਮਰਿਆਦਾ 'ਚ ਰਹਿ ਕੇ ਬੋਲਣਾ, ਕਿਸ ਮਰਿਆਦਾ 'ਚ ਰਹਿ ਕੇ ਗੱਲ ਕਰਨੀ ਆ, ਸਭ ਮਰਿਆਦਾ ਨੂੰ ਖਤਮ ਕਰ ਦਿੱਤਾ ਗਿਆ ਹੈ। ਸੋ ਅਸੀਂ ਉਹਨੂੰ ਉਸ ਰਾਜਨੀਤੀ ਦੀ ਜਿਹੜੀ ਕਹਿੰਦੇ ਆ ਨਾ ਕਿ ਸ਼ਕਲ ਨੂੰ ਬਦਲਦਿਆਂ ਦੇਖਿਆ ਹੈ, ਰੂਪ ਤੋਂ ਕੁਰੂਪ ਹੁੰਦਿਆਂ ਦੇਖਿਆ ਹੈ। ਸੋ ਮੇਰਾ ਇਹ ਮੰਨਣਾ ਹੈ ਕਿ ਮਰਿਆਦਾ ਵੀ ਖਤਮ ਹੁੰਦੀਆਂ ਜਾ ਰਹੀਆਂ ਨੇ। ਅੱਜ ਮੈਂ ਪਿਛਲੀ ਵਾਰ ਵਿਧਾਨ ਸਭਾ 'ਚ ਦੇਖ ਰਿਹਾ ਸੀ, ਮੈਂ ਆਪਣੀ ਲਾਈਫ 'ਚ ਪੰਜਾਬ ਵਿਧਾਨ ਸਭਾ ਦੇ ਉਹ ਹਾਲਾਤ ਨਹੀਂ ਦੇਖੇ ਜੋ ਪਿਛਲੇ ਵਿਧਾਨ ਸਭਾ ਸੈਸ਼ਨ 'ਚ ਦੇਖਿਆ। ਕਿਸ ਤਰੀਕੇ ਦੇ ਵੱਡੇ ਵੱਡੇ ਲੋਕ ਜੋ ਜਿਸ ਤਰ੍ਹਾਂ ਦੀ ਬਿਆਨਬਾਜ਼ੀਆਂ ਕਰ ਰਹੇ ਸੀ, ਉਹ ਲੱਗ ਨਹੀਂ ਰਿਹਾ ਸੀ ਕਿ ਉਹਨਾਂ ਦੇ ਕੱਦ ਓਡੇ ਉੱਚੇ ਨੇ ਜਿੱਡੇ ਉਹਨਾਂ ਦੇ ਬਿਆਨ ਜਿਹੋ ਜਿਹੇ ਬਿਆਨ ਸੀ। ਸੋ ਮੈਨੂੰ ਇੱਕ ਵਾਰ ਗੱਲ ਯਾਦ ਆ, ਸੁਸ਼ਮਾ ਸਵਰਾਜ ਜੀ ਨੇ ਲੋਕ ਸਭਾ 'ਚ ਗੱਲ ਕਹੀ ਸੀ ਕਿ ਰਾਜ ਸਭਾ ਦੇ ਅੰਦਰ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਜੇ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਕਿਸੇ ਦੀ ਇੰਡੀਵਿਜੂਅਲ ਵਿਰੋਧ ਕਰਕੇ, ਤੁਸੀਂ ਇੱਕ ਮਰਿਆਦਾ ਬਣੀ ਹੋਈ ਆ, ਇੱਕ ਹਾਊਸ ਦੀ ਮਰਿਆਦਾ ਹੈ ਜਿਸ ਨੂੰ ਅਸੀਂ ਬਚਾ ਕੇ ਰੱਖਣਾ। ਜੇ ਇਸ ਮਰਿਆਦਾ ਹੀ ਨੂੰ ਨਾ ਅਸੀਂ ਕਾਇਮ ਰੱਖ ਸਕੇ, ਨਿੱਜੀ ਹਮਲੇ ਕਰਨ ਦੇ ਕੋਈ ਉਚਿਤ ਨਹੀਂ ਹੁੰਦਾ। ਸੋ ਅੱਜ ਕੱਲ੍ਹ ਨਿੱਜੀ ਹਮਲਿਆਂ 'ਤੇ ਲੋਕਾਂ ਦਾ ਬਹੁਤਾ ਜ਼ੋਰ ਆ, ਮਰਿਆਦਾ ਰਹੀ ਨਹੀਂ ਕੋਈ ਵੀ। ਇਸ ਕਰਕੇ ਬਹੁਤ ਨਿਚਲੇ ਸਤਰ 'ਤੇ ਆ ਗਏ। ਜੋ ਤੁਸੀਂ ਨਿਚਲੇ ਸਤਰ 'ਤੇ ਰਾਜਨੀਤੀ ਕਰਦੇ ਜੇ, ਤੁਹਾਡਾ ਦਿਮਾਗ ਵੀ ਉਹੋ ਜਿਹਾ ਹੀ ਹੋ ਜਾਂਦਾ ਹੈ। ਉਹ ਅਸੀਂ ਗੰਦਗੀ ਤੁਹਾਡੇ ਦਿਮਾਗ 'ਚ ਭਰ ਜਾਂਦੀ ਆ, ਫਿਰ ਤੁਹਾਡੀ ਸੋਚ ਉਹੋ ਜਿਹੀ ਆ ਜਾਂਦੀ। ਤੁਸੀਂ ਸਮਾਜ ਨੂੰ ਕੁਝ ਨਹੀਂ ਦੇ ਸਕਦੇ ਸਿਵਾਏ ਗੰਦਗੀ ਦੇ ਔਰ ਸਿਵਾਏ ਨਿੱਜੀ ਆਰੋਪਾਂ ਦੇ। ਮੌਕਾ ਪ੍ਰਸਤੀ ਕਿੰਨੀ ਕੀ ਹੋ ਗਈ ਰਾਜਨੀਤੀ ਦੇ ਵਿੱਚ, ਤੇ ਇੱਕ ਆਰੋਪ ਇਹ ਵੀ ਲੱਗਦੇ ਨੇ ਕਿ ਜਿਹੜਾ ਬੀਜੇਪੀ ਦੇ ਵਿੱਚ ਜਾਂਦਾ ਹੈ ਉਹ ਜਿਹੜਾ ਗੰਗਾ ਨਾ ਲੈਂਦਾ ਹੈ। ਨਹੀਂ ਦੇਖੋ, ਇਹ ਗੱਲ ਠੀਕ ਹੁੰਦੀ ਹੈ ਜਿਹੜੀ ਗੱਲ ਤੁਸੀਂ ਕਹੀ ਆ ਕਿ ਜਦੋਂ ਵੀ ਤੁਸੀਂ ਦੂਜੀ ਪਾਰਟੀ 'ਚ ਹੁੰਦੇ ਤੁਹਾਡੇ 'ਤੇ ਲੋਕ ਐਲੀਗੇਸ਼ਨ ਲਾ ਰਹੇ ਹੁੰਦੇ ਨੇ, ਜਿਹਨੂੰ ਛੱਡ ਕੇ ਤੁਸੀਂ ਉਸ ਪਾਰਟੀ 'ਚ ਆ ਜਾਂਦੇ ਨੇ, ਫਿਰ ਉਹ ਪਾਰਟੀ ਲੋਕ ਤੁਹਾਡਾ ਸਾਥ ਦੇ ਰਹੇ ਹੁੰਦੇ ਨੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਆ, ਮੈਂ ਜਸਟੀਫਾਈਡ ਆ। ਔਰ ਲੋਕ ਜੋ ਗੱਲ ਕਹਿੰਦੇ ਨੇ, ਲੋਕੀ ਗਲਤ ਨਹੀਂ ਕਹਿੰਦੇ ਗੱਲਾਂ, ਕਈ ਗੱਲਾਂ ਉਹਨਾਂ ਦੀ ਠੀਕ ਵੀ ਨਹੀਂ ਹੁੰਦੀਆਂ ਨੇ। ਲੇਕਿਨ ਦੂਜੇ ਪਾਸੇ ਇੱਕ ਰਿਐਲਿਟੀ ਇਹ ਵੀ ਆ, ਕੋਈ ਵੀ ਚੁਣਿਆ ਨੁਮਾਇੰਦਾ ਹੈ, ਆਖਰ ਉਹਦਾ ਪਰਪਸ ਕੀ ਆ? ਉਹਦਾ ਪਰਪਸ ਇਹ ਹੈ ਕਿ ਮੈਂ ਕੁਝ ਲੋਕਾਂ ਲਈ ਕਰ ਸਕਾਂ, ਮੈਂ ਕਮਿਊਨਿਟੀ ਲਈ, ਆਪਣੇ ਮੁਹੱਲੇ ਲਈ, ਆਪਣੇ ਸ਼ਹਿਰ ਲਈ, ਆਪਣੇ ਜ਼ਿਲ੍ਹੇ ਲਈ। ਜਦੋਂ ਅਸਮਰਥ ਦਿਖਦਾ ਹੈ ਤੇ ਉਹਨੂੰ ਕੋਈ ਨਾ ਕੋਈ ਰਸਤਾ ਲੱਭਣਾ ਪੈਂਦਾ। ਦੂਜੀ ਗੱਲ, ਪੋਲੀਟੀਕਲ ਕੰਪਲਸ਼ਨਸ ਹੋ ਜਾਂਦੀਆਂ ਨੇ, ਜਿੱਥੇ ਤੁਸੀਂ ਜਿਸ ਜਗ੍ਹਾ 'ਚ ਬੈਠੇ ਜੇ ਉਸ ਜਗ੍ਹਾ ਤੁਹਾਨੂੰ ਕੋਈ ਨਹੀਂ ਖਲੋਣ ਦੇ ਰਿਹਾ, ਤੁਹਾਡੀ ਕਾਬਲੀਅਤ ਤੁਹਾਡਾ ਦੁਸ਼ਮਣ ਬਣ ਜਾਂਦੀ ਹੈ। ਤੁਸੀਂ ਦੇਖੋ ਬਹੁਤ ਸਾਰੇ ਪੋਲੀਟੀਕਲ ਲੋਕਾਂ ਦੀ ਕਾਬਲੀਅਤ ਹੀ ਉਹਨਾਂ ਦੇ ਦੁਸ਼ਮਣ ਬਣ ਜਾਂਦੀ ਹੈ। ਔਰ ਖਾਸ ਤੌਰ 'ਤੇ ਵੱਡੀ ਪ੍ਰੋਬਲਮ ਕਿੱਥੇ ਆਉਂਦੀ ਹੈ? ਰੀਜਨਲ ਪਾਰਟੀਜ਼ ਦੇ ਅੰਦਰ। ਰੀਜਨਲ ਪਾਰਟੀਜ਼ ਕਿਉਂਕਿ ਪਰਿਵਾਰ ਚਲਾ ਰਹੇ ਹੁੰਦੇ ਨੇ, ਪਰਿਵਾਰ ਇਹ ਬਰਦਾਸ਼ਤ ਹੀ ਨਹੀਂ ਕਰਦੇ ਕਿ ਕਾਬਲੀਅਤ ਵਾਲਾ ਆਦਮੀ ਤੁਹਾਡੇ ਸਾਹਮਣੇ ਖੜਾ ਹੋ ਜੇ, ਤੇ ਉਸ ਨੂੰ ਖਤਮ ਕਰਨ ਦੇ ਵਾਲੇ ਪਾਸੇ ਚੱਲਦੇ ਆ। ਫਿਰ ਉਹਦੇ ਕੋਲ ਵਜੂਦ ਹੀ ਨਹੀਂ, ਉਹਦਾ ਕੋਈ ਰਸਤਾ ਹੀ ਨਹੀਂ ਬਚਦਾ ਆਪਣੇ ਵਜੂਦ ਨੂੰ ਬਚਾਉਣ ਵਾਸਤੇ। ਸੋ ਇਹ ਸਿਚੁਏਸ਼ਨ ਹੁੰਦੀਆਂ ਨੇ। ਮੈਂ ਨਹੀਂ ਕਹਿੰਦਾ ਕਿ ਲੋਕ 100% ਗਲਤ ਕਹਿੰਦੇ ਨੇ, ਤੇ ਮੈਂ ਵੀ ਨਹੀਂ ਮੰਨੂਗਾ ਕਿ ਲੋਕ 100% ਠੀਕ ਕਹਿੰਦੇ ਨੇ। ਪੰਜਾਬ ਦੇ ਵਿੱਚ ਹੁਣ ਕਿਵੇਂ ਮਜ਼ਬੂਤ ਕਰ ਰਹੇ ਹੋ ਬੀਜੇਪੀ ਨੂੰ ਹੋਰ ਜ਼ਿਆਦਾ, ਤੇ ਲੋਕਾਂ ਦੇ ਵਿੱਚ ਜਾ ਰਹੇ ਹੋ? ਕੀ ਕੁਝ ਰੂਪਰੇਖਾ ਹੁਣ ਤਿਆਰ ਕੀਤੀ ਹੈ? ਨਹੀਂ, ਪਾਰਟੀ ਨੇ ਬਹੁਤ ਸਾਰੀ ਰੂਪਰੇਖਾ ਤਿਆਰ ਕੀਤੀਆਂ। ਮੈਂ ਦੇਖਿਆ ਪਰਪਸਲੀ ਪਹਿਲੀ ਗੱਲ ਤੇ ਮਾਨਸਿਕ ਤੌਰ 'ਤੇ ਗੱਲ ਨੂੰ ਮੰਨਿਆ ਗਿਆ ਹੈ ਕਿ ਪੰਜਾਬੀ ਸੂਬਾ ਜਿਹੜਾ ਹੈ ਉਹਨੂੰ ਪੰਜਾਬੀਅਤ ਦੇ ਹਿਸਾਬ ਨਾਲ ਹੀ ਡੀਲ ਕਰਨਾ ਹੈ, ਸਿੱਖ ਸਾਈਕੀ ਦੇ ਹਿਸਾਬ ਨਾਲ ਡੀਲ ਕਰਨਾ ਹੈ, ਔਰ ਸਾਨੂੰ ਇੰਡੀਵਿਜੂਅਲ ਤੌਰ 'ਤੇ ਡੀਲ ਕਰਨਾ ਹੈ। ਇਹ ਨਹੀਂ ਹੈਗਾ ਕਿ ਸਿੱਖਾਂ ਨੂੰ ਕੋਈ ਹੋਰ ਡੀਲ ਕਰੇਗੀ ਪਾਰਟੀ ਔਰ ਨੌਨ ਸਿੱਖਾਂ ਨੂੰ ਕੋਈ ਹੋਰ ਡੀਲ ਕਰੇਗੀ ਪਾਰਟੀ। ਸਿੱਖਾਂ ਦੇ ਮਸਲੇ ਕੋਈ ਹੋਰ ਲੈ ਕੇ ਆਏਗਾ, ਨੌਨ ਸਿੱਖਾਂ ਦੇ ਕੋਈ ਹੋਰ ਲੈ ਕੇ ਆਏਗਾ। ਇੱਕ ਹੀ ਪਾਰਟੀ ਦੇ ਲੋਕ ਸਿੱਖ ਮਸਲਿਆਂ 'ਤੇ ਵੀ ਤੇ ਨੌਨ ਸਿੱਖ ਮਸਲਿਆਂ 'ਤੇ ਵੀ ਗੱਲ ਕਰਨਗੇ। ਐਸੀ ਪਾਰਟੀ ਨੇ ਜਿਹੜੀ ਰੂਪਰੇਖਾ ਬਣਾਈ, ਉਹਦੇ ਨਾਲ ਜ਼ਰੂਰ ਬਦਲਾਅ ਆਉਣ ਵਾਲੇ ਸਮੇਂ ਦਿਖੇਗਾ। ਤੇ ਹਿਮਾਚਲ ਤੇ ਗੁਜਰਾਤ ਦੀ ਤਿਆਰੀਆਂ? ਹਿਮਾਚਲ ਗੁਜਰਾਤ ਦੇਖੋ, ਮੈਂ ਤੁਹਾਨੂੰ ਅੱਜ ਕਹਿਣਾ, ਮੇਰੀ ਇੰਟਰਵਿਊ ਚਲਾ ਦਿਓ ਜੀ। ਮੈਂ ਵੀ ਰਾਜਨੀਤੀ ਦੇ ਅੰਦਰ ਕੋਈ ਮੇਰੀ ਅੱਜ ਤੱਕ ਵੀ ਕੋਈ ਇਹ ਨਹੀਂ, ਇੱਕ ਮੇਰੀ ਪੁਰਾਣੀ ਕੋਈ ਇੰਟਰਵਿਊ ਕੱਢ ਕੇ ਮੈਨੂੰ ਦਿਖਾ ਦੇਵੇ ਜਿੱਥੇ ਸਾਡੀ ਸੀਟਾਂ ਨੂੰ ਲੈ ਕੇ ਕੈਲਕੂਲੇਸ਼ਨ ਗਲਤ ਨਿਕਲੀ ਹੋਵੇ। ਪਬਲਿਕ ਦੇ ਲੋਕ, ਪਬਲਿਕ 'ਚ ਰਹਿੰਦੇ ਆ। ਦੇਖੋ ਹਿਮਾਚਲ ਦੇ ਅੰਦਰ ਬੀਜੇਪੀ ਹੋ ਸਕਦਾ ਹੈ 10 ਸੀਟਾਂ 'ਤੇ ਮਾਰਜਨ ਨਾਲ ਸਰਕਾਰ ਬਣਾਵੇ, 12 ਨਾ ਬਣਾਵੇ, ਪਰ ਸਰਕਾਰ ਬੀਜੇਪੀ ਦੀ ਬਣੂਗੀ। ਗੁਜਰਾਤ ਦੇ ਅੰਦਰ 2/3 ਮੈਜੋਰਟੀ ਨਾਲ ਬਣੂਗੀ। ਉੱਥੇ ਕੋਈ ਚੈਲੰਜ ਨਹੀਂ ਹੈਗਾ, ਕੋਈ ਨੇੜੇ ਤੇੜੇ ਵੀ ਕੋਈ ਲੜਾਈ 'ਚ ਨਹੀਂ ਹੈਗਾ, ਔਰ ਬਣਨੀ ਚਾਹੀਦੀ ਵੀ ਆ। ਕਿਉਂਕਿ ਜੇ ਅੱਜ ਤੁਸੀਂ ਬਦਲਾਵ ਕਿੰਨਾ ਆ ਗਿਆ, ਅੱਜ ਦੇਸ਼ ਜਿੱਥੇ ਪਹੁੰਚ ਗਿਆ ਹੈ, ਅੱਜ ਸੜਕਾਂ ਦਾ ਇਨਫਰਾਸਟਰਕਚਰ ਦੇਖੋ, ਤੁਸੀਂ ਰੇਲ ਇਨਫਰਾਸਟਰਕਚਰ ਦੇਖੋ, ਤੁਸੀਂ ਦੇਸ਼ ਦੀ ਅਰਥ ਵਿਵਸਥਾ 5ਵੀਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਣਾ, 5ਵੀਂ ਦੁਨੀਆ ਦੀ ਸਭ ਤੋਂ ਵੱਡੀ। ਇਹ ਸਾਰੇ ਗੱਲਾਂ ਕਹਿਣ ਨੂੰ ਬੜੀਆਂ ਆਸਾਨ ਨੇ, ਲੇਕਿਨ ਕਰਕੇ ਦਿਖਾਉਣੀਆਂ ਇਟ ਇਜ਼ ਇੰਪੋਸੀਬਲ ਟਾਸਕ। ਤੇ ਇੱਕ ਆਦਮੀ ਦਿਨ ਰਾਤ ਲੱਗਾ ਹੈ ਔਰ ਦੇਸ਼ ਬਦਲ ਰਿਹਾ, ਤੇ ਦੇਸ਼ ਦੇ ਅੰਦਰ ਲੋਕਾਂ ਨੂੰ ਸਾਥ ਦੇਣਾ ਵੀ ਚਾਹੀਦਾ। ਔਰ ਜਿਸ ਤਰ੍ਹਾਂ ਤੇ ਗੁਜਰਾਤ ਦੇ ਅੰਦਰ ਲੋਕਾਂ ਨੇ ਇਸ ਤਰੱਕੀ ਨੂੰ ਹੁੰਦਿਆਂ ਦੇਖਿਆ, ਔਰ ਉਹ ਅੱਜ ਤਰੱਕੀ ਪੂਰਾ ਦੇਸ਼ ਦੇਖ ਰਿਹਾ। ਤੁਸੀਂ ਦੇਖੋ ਅੱਜ ਟ੍ਰੇਨ ਦੀ ਸ਼ੁਰੂਆਤ ਹੋ ਰਹੀ ਆ ਊਨਾ ਤੋਂ। ਹੁਣ ਇਹ ਜਿਹੜੀ ਫਾਸਟੈਸਟ ਟ੍ਰੇਨ ਜਿਹੜੀ ਸ਼ੁਰੂ ਹੋਈ ਆ, ਪੰਜਾਬ ਨੂੰ ਇਹਦਾ ਕਿੰਨਾ ਲਾਭ ਮਿਲਣ ਵਾਲਾ ਹੈ। ਚੰਡੀਗੜ੍ਹ ਅਨੰਦਪੁਰ ਸਾਹਿਬ ਇਹ ਰੋਕ ਕੇ ਟ੍ਰੇਨ, ਹੁਣ ਜਿਨ੍ਹਾਂ ਲੋਕਾਂ ਨੇ ਅਨੰਦਪੁਰ ਸਾਹਿਬ ਤੋਂ ਆਉਣਾ ਹੈ, ਪੰਜਾਬ ਤੋਂ ਚੱਲਣਾ ਹੈ, ਜਾਂ ਜਿਨ੍ਹਾਂ ਚੰਡੀਗੜ੍ਹ ਤੋਂ ਚੱਲਣਾ ਦਿੱਲੀ, ਅੱਜ ਉਹਨਾਂ ਲਈ 2.5 ਘੰਟੇ 'ਚ ਉਹਨਾਂ ਦਿੱਲੀ ਪਹੁੰਚ ਜਾਣਾ ਹੈ। ਇਹ ਟ੍ਰੇਨਾਂ ਦੀ ਐਸੀ ਕੋਈ ਕਦੀ ਕਲਪਨਾ ਥੋੜ੍ਹੀ ਕੀਤੀ ਗਈ ਸੀ ਕਿ ਐਸੀਆਂ ਟ੍ਰੇਨਾਂ ਆਉਣਗੀਆਂ। ਅੱਜ ਦੇਸ਼ ਪੂਰੇ ਜਹਾਜ਼ਾਂ ਦੇ ਨਾਲ ਕਨੈਕਟੀਵਿਟੀ ਨਾਲ ਜੁੜ ਚੁੱਕਿਆ ਹੈ। ਸੋ ਜੋ ਬਦਲਾਵ ਦੇਸ਼ 'ਚ ਦਿਖਦਾ ਪਿਆ, ਇਸ ਕਰਕੇ ਗੁਜਰਾਤ ਵੀ ਇਹ ਸਮਝਦਾ ਹੈ ਕਿ ਗੁਜਰਾਤ ਨੂੰ ਪਤਾ ਹੈ ਕਿ ਅਸੀਂ ਤਾਂ ਸਭ ਤੋਂ ਪਹਿਲਾਂ ਅੱਗੇ ਰਹੇ ਹਾਂ, ਤੇ 2/3 ਮੈਜੋਰਟੀ ਨਾਲ ਗੁਜਰਾਤ ਦੀ ਸਰਕਾਰ ਬਣੂਗੀ। ਪਰ ਲੋਕੀ ਮਹਿੰਗਾਈ ਤੋਂ ਵੀ ਪਰੇਸ਼ਾਨ ਨੇ ਸਿਰਸਾ ਜੀ। ਬਿਲਕੁਲ, ਮਹਿੰਗਾਈ ਹਮੇਸ਼ਾ ਇੱਕ ਮੁੱਦਾ ਸੀ, ਮੁੱਦਾ ਹੈ ਔਰ ਮੁੱਦਾ ਰਹੇਗਾ। ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਮਹਿੰਗਾਈ ਕੀ ਆ।
ਤੁਹਾਡੀ ਆਮਦਨ ਦੇ ਨਾਲ ਜੁੜੀ ਇੱਕ ਚੀਜ਼ ਆ। ਜੇ ਆਪਾਂ ਇਹ ਕਹਿੰਦੇ ਹਾਂ ਕਿ ਕਿਸਾਨ ਨੂੰ 50 ਰੁਪਏ MSP ਫਾਲਤੂ ਮਿਲੇ ਤੇ ਉਹ ਮਹਿੰਗਾਈ ਦਾ ਹਿੱਸਾ ਹੀ ਬਣਨਾ। ਕਣਕ ਸੁਭਾਵਿਕ ਤੌਰ ਤੇ ਮਹਿੰਗੀ ਹੋ ਜਾਣੀ ਹੈ, ਆਟਾ ਸੁਭਾਵਿਕ ਤੌਰ ਤੇ ਮਹਿੰਗਾ ਹੋ ਜਾਣਾ। ਜਦੋਂ ਆਪਾਂ ਕਹਿੰਦੇ ਹਾਂ ਕਿ ਜੀ ਸਰੋਂ ਦੇ ਉੱਤੇ MSP ਮਿਲੇ ਤੇ ਸਰੋਂ ਦਾ ਤੇਲ ਮਹਿੰਗਾ ਹੋਣਾ ਹੀ ਆ। ਜਦੋਂ ਆਪਾਂ ਕਹਿੰਦੇ ਹਾਂ ਕਿ ਸਬਜ਼ੀਆਂ ਦੇ MSP ਮਿਲੇ ਤੇ ਸਬਜ਼ੀ ਮਹਿੰਗੀ ਹੋਣੀ ਆ। ਸੋ ਮਹਿੰਗਾਈ ਜਿਹੜੀ ਆ ਉਹ ਤੁਹਾਡੀ ਆਮਦਨ ਨਾਲ ਜੁੜੀ ਆ। ਅੱਜ ਤੁਸੀਂ ਦੇਖੋ ਇੰਗਲੈਂਡ ਦਾ ਪੌਂਡ ਜਿਹੜਾ ਹੈ ਉਹ 1 ਪੌਂਡ ਦੇ ਅੰਦਰ 1 ਲੀਟਰ ਤੋਂ ਜ਼ਿਆਦਾ ਤੇਲ ਆ ਜਾਂਦਾ ਹੈ, 1.5 ਲੀਟਰ। ਲੇਕਿਨ ਉੱਥੇ ਫਿਰ ਜਿਹੜਾ ਬੰਦੇ ਦੀ ਦਿਨ ਦੀ ਆਮਦਨ ਆ ਉਹ ਵੀ 20 ਪੌਂਡ ਹੀ ਆ। ਉਹ 20 ਰੁਪਏ 'ਚ ਅੱਜ ਇੱਥੇ ਕੀ ਮਿਲਦਾ ਹੈ, ਉੱਥੇ 20 ਪੌਂਡ 'ਚ ਬੰਦਾ ਨੌਕਰੀ ਕਰਦਾ ਰੋਜ਼ ਦੀ। ਉਹਦੀ ਪੈਸੇ ਦੀ ਵੈਲਿਊਏਸ਼ਨ ਉਹੋ ਜਿਹੀ ਆ, ਇੱਥੇ ਡੀਵੈਲਿਊਟਿਡ ਆ ਪੈਸਾ। ਸੋ ਆਮਦਨ ਦੇ ਨਾਲ ਹੀ ਤੁਹਾਡੀ ਮਹਿੰਗਾਈ ਆ, ਆਮਦਨ ਦੇ ਨਾਲ ਹੀ ਤੁਹਾਡਾ ਕੀਮਤਾਂ ਨੇ। ਲੇਕਿਨ ਕੋਸ਼ਿਸ਼ ਕਰ ਰਹੇ ਕਿ ਹੋਰ ਥੋੜਾ ਲੋਕਾਂ ਨੂੰ ਰਿਲੀਫ ਮਿਲ ਸਕੇ। ਨਹੀਂ, ਉਹ ਤਾਂ ਸਰਕਾਰ ਨਿਰੰਤਰ ਬਿਨਾਂ ਕਈ ਕੋਸ਼ਿਸ਼ ਕਰੇਗੀ, ਇਸ ਕਹਿਣ ਦੀ ਲੋੜ ਨਹੀਂ ਹੁੰਦੀ। ਲੇਕਿਨ ਕਿਸਾਨਾਂ ਨੂੰ ਵੀ ਉਹਨਾਂ ਦਾ ਹੱਕ ਮਿਲੇ, ਇਹ ਵੀ ਨਾਲ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਸੋ ਦੋਵੇਂ ਚੀਜ਼ਾਂ ਨੂੰ ਹੈਂਡ ਟੂ ਹੈਂਡ ਲੈ ਕੇ ਚੱਲਣਾ ਹੈ। ਕਿਸਾਨਾਂ ਨੂੰ ਉਹਦੀ ਆਮਦਨ ਔਰ ਉਹਨਾਂ ਦੀ ਉਪਜ ਦਾ ਪੈਸਾ ਮਿਲੇ, ਚਾਹੇ ਦੁੱਧ ਆ। ਅੱਜ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਮਹਿੰਗਾਈ ਤੋਂ ਰਿਲੇਟਿਡ ਜੋ ਸਾਰੀ ਕਿਸਾਨ ਤੋਂ ਰਿਲੇਟਿਡ ਨੇ। ਜੇ ਤੁਸੀਂ ਉਹਨਾਂ ਦੇ ਉਹਨੂੰ ਰੇਟ ਘਟਾਉਣ ਦੀ ਕੋਸ਼ਿਸ਼ ਕਰੋਗੇ ਤੇ ਕਿਸਾਨ ਦੀ ਆਮਦਨ ਨੂੰ ਘਟਾਉਣ ਦੀ ਕੋਸ਼ਿਸ਼ ਕਰੋਗੇ, ਸੋ ਉਹ ਵੀ ਜਸਟੀਫਾਈਡ ਨਹੀਂ ਹੈਗਾ। ਕਿਸਾਨਾਂ ਦੀ ਗੱਲ ਕਰ ਰਹੇ ਹੋ, ਸੰਗਰੂਰ ਦੇ ਵਿੱਚ ਪੱਕਾ ਧਰਨਾ ਲਾ ਕੇ ਬਹਿ ਗਏ ਨੇ ਕਿਸਾਨ, ਜਿਵੇਂ ਦਿੱਲੀ ਤੇ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਲਾਇਆ ਸੀਗਾ। ਹਾਂ, ਕਿਉਂਕਿ ਤੁਸੀਂ ਭਗਵੰਤ ਮਾਨ ਜੀ ਉਹਨਾਂ ਨੇ ਵਾਅਦੇ ਕੀਤੇ ਲੇਕਿਨ ਪੂਰੇ ਨਹੀਂ ਕਰ ਰਹੇ। ਤੇ ਅੱਜ ਜੇ 400 ਕਰੋੜ ਉਹਨਾਂ ਜਿਹੜਾ ਅਖਬਾਰਾਂ 'ਚ ਲਾਇਆ, ਜੇ ਉਹ 400 ਕਰੋੜ ਕਿਸਾਨਾਂ ਨੂੰ ਦੇ ਦਿੱਤਾ ਹੁੰਦਾ ਤੇ ਮਸਲਾ ਹੀ ਹੱਲ ਹੋ ਜਾਂਦਾ ਤੇ ਤੁਹਾਨੂੰ ਅਖਬਾਰ 'ਚ ਐਡ ਦੇਣ ਦੀ ਲੋੜ ਹੀ ਨਾ ਪੈਂਦੀ। ਅਖਬਾਰ 'ਚ ਐਡ ਕਿਉਂ ਦੇਣੀ ਪੈ ਰਹੀ? ਕਿਉਂਕਿ ਕੰਮ ਨਹੀਂ ਕਰਦੇ ਪਏ, ਸਿਰਫ ਅਖਬਾਰ 'ਚ ਦਿਖਾਉਣਾ। 400 ਕਰੋੜ ਰੁਪਇਆ ਬਹੁਤ ਵੱਡਾ ਅਮਾਊਂਟ ਹੁੰਦਾ, 200 ਦਿਨ 400 ਕਰੋੜ। ਸੋ 400 ਕਰੋੜ ਨਾਲ ਤਾਂ ਸਾਰੇ ਪੰਜਾਬ ਦੇ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ ਸੀ। ਸਟਬਲ ਬਰਨਿੰਗ ਖਤਮ ਹੋ ਸਕਦੀ ਸੀ, MSP ਖਤਮ ਹੋ ਸਕਦੀ। ਪਰਾਲੀ ਦੀ ਸਮੱਸਿਆ ਨੂੰ ਕਿਵੇਂ ਦੇਖਦੇ ਹੋ? ਕਹਿ ਰਹੇ ਕਿ ਕੇਂਦਰ ਨੇ ਪੈਸੇ ਨਹੀਂ ਦਿੱਤੇ। ਪਰ ਕੇਂਦਰ ਨੇ ਪੈਸੇ ਕਿਸ ਕਰਕੇ ਦੇਣੇ ਸੀ? ਜਾਂ ਤੇ ਕੇਂਦਰ ਨੇ ਕੋਈ ਕਮਿਟਮੈਂਟ ਕਰਕੇ ਨਾ ਦਿੱਤੇ ਹੋਣ। ਤੁਸੀਂ ਮੰਗਣ ਜਾਓਗੇ ਕੇਂਦਰ ਤੋਂ, ਕੇਂਦਰ ਪੈਸੇ ਦੋਗੇ, ਐਂ ਤੇ ਨਹੀਂ ਹੋ ਸਕਦਾ। ਪਰਾਲੀ ਤੇ ਪੂਰੇ ਦੇਸ਼ ਦੇ ਅੰਦਰ ਚੱਲਦੀ ਆ, ਪਰਾਲੀ UP 'ਚ ਵੀ ਚੱਲਦੀ ਆ, ਪਰਾਲੀ ਹਰਿਆਣੇ 'ਚ ਵੀ ਚੱਲਦੀ ਆ, ਪਰਾਲੀ ਉੱਤਰਾਖੰਡ 'ਚ ਵੀ ਚੱਲਦੀ ਆ। ਹਾਂ, ਕੇਂਦਰ ਦੀ ਕੋਈ ਸਕੀਮ ਐਸੀ ਹੈ ਜਿਹਦਾ ਤੁਹਾਨੂੰ ਲਾਭ ਨਹੀਂ ਮਿਲਦਾ ਪਿਆ, ਉਹ ਗਲਤ ਹੈ। ਕੇਂਦਰ ਨੂੰ ਐਸਾ ਕੰਮ ਨਹੀਂ ਕਰਨਾ ਚਾਹੀਦਾ, ਇਸ ਕਰਕੇ ਨਹੀਂ ਕਰੇਗਾ। ਲੇਕਿਨ ਕੇਂਦਰ ਨੇ ਕੋਈ ਕਮਿਟਮੈਂਟ ਨਹੀਂ, ਕੇਂਦਰ ਨੇ ਕੋਈ ਪੈਸੇ ਦੇਣੇ ਨਹੀਂ। ਤੁਸੀਂ ਕਹੋ ਜੀ ਸਾਨੂੰ ਕੇਂਦਰ ਦੇ ਨਹੀਂ ਰਿਹਾ। ਤੁਸੀਂ ਕਮਿਟਮੈਂਟ ਤੁਸੀਂ ਕਰੋ, ਮੰਗਣ ਕੇਂਦਰ ਤੋਂ ਜਾਓ, ਇਹ ਤਾਂ ਕਦੀ ਨਹੀਂ ਹੋ ਸਕਦਾ। ਕੇਂਦਰ ਦੇਗਾ ਤੇ ਪੰਜਾਬ ਦੇ ਨਾਲ ਹਰਿਆਣਾ ਵੀ ਆ, UP ਵੀ ਆ, ਉੱਤਰਾਖੰਡ ਸਭ ਨੂੰ ਦੇਗਾ ਔਰ ਦੇਣੇ ਚਾਹੀਦੇ ਆ। ਪਰ ਉਹ ਸਭ ਨੂੰ ਪਾਲਿਸੀ ਬਣਾ ਕੇ ਦੇਗਾ, ਇੰਡੀਵਿਜੂਅਲ ਨੂੰ ਤਾਂ ਨਹੀਂ ਦੇਗਾ ਨਾ। ਆਮ ਆਦਮੀ ਪਾਰਟੀ ਨੂੰ ਵਿਕਲਪ ਦੇਖ ਰਹੇ ਹੋ ਕਾਂਗਰਸ ਦਾ? ਨਹੀਂ, ਦੇਖੋ ਕਾਂਗਰਸ ਦਾ ਵਿਕਲਪ ਇਸ ਕਰਕੇ ਨਹੀਂ ਬਣ ਪਾ ਰਹੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੌਕਾ ਦਿੱਤਾ ਹੈ। ਲੇਕਿਨ ਆਮ ਆਦਮੀ ਪਾਰਟੀ ਕੇਵਲ ਝੂਠ ਫਰੌਡ ਤੇ ਅੱਗੇ ਚੱਲਦੀ ਪਈ, ਇਸ ਕਰਕੇ ਮੈਨੂੰ ਲੱਗਦਾ ਨਹੀਂ ਕਿ ਬਹੁਤ ਹੁਣ ਸਮਾਂ ਅੱਗੇ ਚੱਲ ਪਾਊਗੀ। ਵਰਨਾ ਲੋਕਾਂ ਨੇ ਉਹਨੂੰ ਵਿਕਲਪ ਮੰਨਿਆ ਸੀ ਇੱਕ ਵਾਰ, ਔਰ ਵਿਕਲਪ ਮੰਨ ਕੇ ਹੀ ਪੰਜਾਬ 'ਚ ਉਹਨਾਂ ਨੂੰ ਸੱਤਾ ਦਿੱਤੀ ਸੀ। ਜੇ ਉਹ ਇਮਾਨਦਾਰੀ ਨਾਲ ਚੱਲਦੇ, ਕੰਮ ਥੋੜ੍ਹੇ ਹੋਣ ਕੋਈ ਗੱਲ ਨਹੀਂ, ਪਰ ਝੂਠ ਨਾ ਹੋਵੇ। ਐਸਾ ਨਹੀਂ ਹੈਗਾ ਕਿ ਉਹ ਸਾਰੇ ਕੰਮ ਕਰ ਪਾਉਂਦਾ, ਇਸ ਤਰ੍ਹਾਂ ਕੋਈ ਦੁਨੀਆ 'ਚ ਤਾਕਤ ਨਹੀਂ ਬਣੀ। ਭਗਵੰਤ ਮਾਨ ਜੀ ਕੰਮ ਕਰਦੇ, ਥੋੜ੍ਹੇ ਕਰਦੇ, ਲੇਕਿਨ ਇਹ ਫਰੌਡ ਵਾਲਾ ਕੰਮ ਨਾ ਕਰਦੇ ਕਿ 200 ਕਰੋੜ 400 ਕਰੋੜ ਦੇ ਅਖਬਾਰਾਂ 'ਚ ਐਡ ਦੇ ਦਿਓ, ਰੋਜ਼ ਝੂਠ ਬੋਲੋ, VIP ਕਲਚਰ ਖਤਮ ਕਰਕੇ ਲੋਕਾਂ ਦੇ ਬੱਚੇ ਮਰਵਾ ਦਿਓ। ਇਹ ਚੀਜ਼ਾਂ ਨੇ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਵਾਪਸ ਕਿਨਾਰੇ ਵੱਲ ਧਕੇਲਤਾ ਕਿ ਨਹੀਂ, ਤੁਸੀਂ ਕ੍ਰੈਡੀਬਲ ਨਹੀਂ ਹੈਗੇ, ਤੁਸੀਂ ਇਸ ਲਾਇਕ ਨਹੀਂ ਹੈਗੇ। ਮੇਨ ਆਪੋਜੀਸ਼ਨ ਕਾਂਗਰਸ ਦੀ ਕੀ ਹਾਲਾਤ ਨੇ? ਭਾਰਤ ਜੋੜੋ ਯਾਤਰਾ ਚੱਲ ਰਹੀ ਵੀ ਹੈ ਇੱਕ ਪਾਸੇ। ਦੇਖੋ ਜੋ ਕਰ ਰਹੇ ਨੇ ਡੈਫੀਨੇਟਲੀ ਉਹਨਾਂ ਨੂੰ ਬੈਨੀਫਿਟ ਤਾਂ ਮਿਲੇਗਾ, ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਬੈਨੀਫਿਟ ਨਹੀਂ ਮਿਲੇਗਾ। ਜੇ ਤੁਸੀਂ ਪਬਲਿਕ 'ਚ ਚੱਲੋਗੇ ਔਰ ਪਬਲਿਕ 'ਚ ਵਿਚਰੋਗੇ ਤਾਂ ਉਹਦਾ ਲਾਭ ਤਾਂ ਮਿਲਦਾ ਹੀ ਆ। ਤੇ ਪਰ ਕਾਂਗਰਸ ਦੀ ਵੀ ਕ੍ਰੈਡੀਬਿਲਿਟੀ ਖਤਮ ਹੋ ਚੁੱਕੀ ਹੈ। ਕਾਂਗਰਸ ਦਾ ਪਰਿਵਾਰਵਾਦ ਨੇ ਕਾਂਗਰਸ ਨੂੰ ਖਤਮ ਕਰਤਾ ਹੈ। ਪਰਿਵਾਰਵਾਦ ਜਿਸ ਪਾਰਟੀ 'ਚ ਜਾਊਗਾ ਉਸ ਦਾ ਤਬਾਹੀ ਕਰਕੇ ਰੱਖ ਦੂਗਾ। ਸੋ ਜੇ ਪਰਿਵਾਰਵਾਦ ਤੋਂ ਬਾਅਦ ਕਾਂਗਰਸ ਨਿਕਲੂਗੀ ਕਦੀ, ਤਾਂ ਜ਼ਰੂਰ ਕਾਂਗਰਸ ਵੀ ਦੁਬਾਰਾ ਉਜਵਲ ਹੋ ਸਕਦੀ ਹੈ, ਕਾਂਗਰਸ ਦਾ ਵੀ ਭਵਿੱਖ ਹੋ ਸਕਦਾ ਹੈ। ਲੋਕ ਆਲਟਰਨੇਟਿਵ ਤੌਰ ਤੇ ਉਹਨੂੰ ਮੰਨ ਸਕਦੇ ਨੇ, ਪਰ ਅੱਜ ਲੋਕ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿਉਂਕਿ ਕਾਂਗਰਸ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਪਰਿਵਾਰ ਤੋਂ ਹੀ ਨੀਤੀਆਂ ਨੇ, ਪਾਰਟੀ ਦੀਆਂ ਨੀਤੀਆਂ ਨਹੀਂ ਹੈਗੀਆਂ। ਸਿਰਸਾ ਜੀ, ਪੰਜਾਬ ਦੇ ਲੋਕਾਂ ਦੇ ਲਈ ਕੋਈ ਇੱਕ ਮੈਸੇਜ ਦੇਣਾ ਚਾਹੋਗੇ ਤੁਸੀਂ? ਨਹੀਂ, ਬਸ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਕਿਸੇ ਵੀ ਤਰੀਕੇ ਆਪਾਂ ਆਪਣੀ ਕਲਮ ਨੂੰ ਫੜੀਏ। ਇਹ ਜਿਹੜੀ ਬੰਦੂਕਾਂ ਵਾਲੇ ਪਾਸੇ ਤੁਰਨ ਦੀ ਗੱਲਾਂ ਲੋਕ ਆ ਰਹੇ ਨੇ, ਉਕਸਾ ਰਹੇ ਨੇ, ਆਪਸ ਅੰਦਰ ਭਾਈਚਾਰਕ ਸਾਂਝ ਨੂੰ ਤੋੜ ਰਹੇ ਨੇ, ਇਹ ਮਾੜੀ ਗੱਲ ਆ। ਆਪਾਂ ਨੂੰ ਇਹ ਜ਼ਰੂਰ ਸੋਚੀਏ ਕਿ ਸਾਡੇ ਬੱਚੇ ਜਿਹੜੇ ਨੇ ਉਹ ਉਜਵਲ, ਉਹਨਾਂ ਦਾ ਭਵਿੱਖ ਹੋਵੇ, ਉਹਦੇ ਵਾਸਤੇ ਆਪਾਂ ਕੰਮ ਕਰੀਏ ਔਰ ਐਸਾ ਪਲੇਟਫਾਰਮ 'ਤੇ ਕੰਮ ਕਰੀਏ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਮੌਕੇ ਮਿਲ ਸਕਣ, ਨਾ ਕਿ ਉਹਨਾਂ ਦੇ ਮੌਕੇ ਹੋਰ ਖੁੱਸ ਜਾਣ, ਉਠਾਣੇ ਜੇਲ੍ਹਾਂ 'ਚ ਰਹਿ ਜਾਣ। ਮਗਰੋਂ ਕੋਈ ਤੁਹਾਡੇ ਬੱਚਿਆਂ ਨੂੰ ਸਾਥ ਲੈਣ ਨਹੀਂ ਆਊਗਾ। ਇਹ ਜੇਲ੍ਹਾਂ 'ਚ ਪਹਿਲੇ ਜਿਹੜੇ ਬੈਠੇ ਅੱਜ ਤੱਕ ਨਹੀਂ ਨਿਕਲੇ, ਨਾ ਉਹਨਾਂ ਨੂੰ ਕੋਈ ਪੁੱਛਦਾ, ਨਾ ਉਹਨਾਂ ਬੱਚਿਆਂ ਨੂੰ ਗਾਂਹ ਪੁੱਛੂਗਾ ਜਿਹੜੇ ਜੇਲ੍ਹਾਂ 'ਚ ਜਾਣਗੇ।
ਬਹੁਤ ਬਹੁਤ ਧੰਨਵਾਦ ਸਿਰਸਾ ਜੀ, ਤੁਸੀਂ ਸਾਡੇ ਨਾਲ ਬਹੁਤ-ਬਹੁਤ ਜੁੜੇ, ਧੰਨਵਾਦ ਤੁਸੀਂ ਬਹੁਤ ਬੇਬਾਕੀ ਦੇ ਨਾਲ ਜਵਾਬ ਦਿੱਤੇ, ਹਰ ਇੱਕ ਸਵਾਲ ਦਾ ਜਵਾਬ ਦਿੱਤਾ, ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਰਾਜਨੇਤਾ ਖੁੱਲ ਕੇ ਨਹੀਂ ਬੋਲਦੇ, ਲੇਕਿਨ ਬਹੁਤ ਓਨੈਸਟ ਜਿਹੜਾ ਇਹਨਾਂ ਨੇ ਜਵਾਬ ਦਿੱਤਾ ਹਰ ਇੱਕ ਚੀਜ਼ ਦਾ, ਕਿ ਪੰਜਾਬ ਦੇ ਵਿੱਚ ਕੀ ਹਾਲਾਤ ਨੇ, ਸਰਕਾਰ ਕਿਵੇਂ ਕੰਮ ਕਰ ਰਹੀ ਹੈ ਤੇ ਕਿਵੇਂ ਜਿਹੜਾ ਹੈ ਚੈਲੰਜਸ ਨੂੰ ਪੂਰੀ ਤਰੀਕੇ ਦੇ ਨਾਲ ਜਿਹੜਾ ਇਸ ਤੋਂ ਨਜਿੱਠ ਸਕਦੀ ਹੈ ਸਰਕਾਰ, ਇਹ ਵੀ ਇਹਨਾਂ ਨੇ ਦੱਸਿਆ। ਲੇਕਿਨ ਦੇਖਣਾ ਇਹ ਹੋਵੇਗਾ ਕਿ ਜਿਹੜਾ ਕੁਝ ਵੀ ਹੁਣ ਹੋ ਰਿਹਾ ਹੈ, ਮੇਨ ਆਪੋਜੀਸ਼ਨ ਫਿਲਹਾਲ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਕਾਂਗਰਸ ਹੈ, ਲੇਕਿਨ ਬੀਜੇਪੀ ਵੀ ਹੌਲੀ ਹੌਲੀ ਉੱਭਰ ਰਹੀ ਹੈ ਤੇ ਲੀਡਰਸ ਵੀ ਜਿਹੜਾ ਇਸ ਵਿੱਚ ਪੂਰੀ ਕੋਸ਼ਿਸ਼ ਕਰ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਜਿਹੜਾ ਹੈ ਉਹ ਰੱਖਿਆ ਜਾਵੇ। ਜਿਹੜੇ ਰੰਗਲੇ ਪੰਜਾਬ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ, ਉਹੀ ਰੰਗਲਾ ਪੰਜਾਬ ਹਰ ਇੱਕ ਪਾਰਟੀ ਵਿੱਚ ਆਉਂਦੀ ਹੈ। ਤੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।